ਹੈਲੋ एवरीवन ਵੈਲਕਮ ਟੂ ਦੀ ਪ੍ਰੌਡ ਦੀ ਇਸ ਵੀਡੀਓ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਦਸੰਬਰ ਮੰਥ ਦਾ ਪਾਰਟ 3। ਇਸ ਵਿੱਚ 16 ਦਸੰਬਰ ਤੋਂ ਲੈ ਕੇ 24 ਦਸੰਬਰ ਤੱਕ ਦੇ ਕਰੰਟ ਅਫੇਅਰਸ ਕੰਪਲੀਟ ਕੀਤੇ ਜਾਣਗੇ। MCQ ਦੇ ਫਾਰਮੈਟ 'ਚ ਆਪਣੇ ਸਾਰੇ ਕਰੰਟ ਅਫੇਅਰਸ ਕੰਪਲੀਟ ਕਰਾਂਗੇ ਅਤੇ ਉਸ ਤੋਂ ਪਹਿਲਾਂ ਇੱਕ ਕੁਇਜ਼ ਹੋਏਗਾ ਜਿਹਦੇ ਕੁਐਸਚਨ ਸਟੈਟਿਕ ਪਾਰਟ 'ਚ ਹੋਣਗੇ। ਤਾਂ ਚਲੋ ਸ਼ੁਰੂ ਕਰਦੇ ਹਾਂ ਆਪਾਂ ਆਪਣਾ ਕੁਇਜ਼ ਦਾ ਫਸਟ ਕੁਐਸਚਨ, ਵਿਚ ਅਵਾਰਡ ਇਜ਼ ਦ ਏਸ਼ੀਆਜ਼ ਬਿਗੇਸਟ ਅਵਾਰਡ। ਏਸ਼ੀਆ ਦਾ ਬਿਗੇਸਟ ਅਵਾਰਡ ਕਿਹੜਾ ਹੈ? ਨੇਮ ਦ ਚੇਅਰਮੈਨ ਐਂਡ ਮੈਨੇਜਿੰਗ ਡਾਇਰੈਕਟਰ ਆਫ ਏਅਰ ਇੰਡੀਆ। ਏਅਰ ਇੰਡੀਆ ਆਪਣਾ ਜੋ ਨੈਸ਼ਨਲ ਕੈਰੀਅਰ ਹੈ ਇਹਦਾ ਮੈਨੇਜਿੰਗ ਡਾਇਰੈਕਟਰ ਅਤੇ ਚੇਅਰਮੈਨ ਦਾ ਨਾਮ ਦੱਸਣਾ। ਮਰਡੇਕਾ ਕੱਪ ਇਹ ਕਿਹੜੀ ਗੇਮ ਨਾਲ ਐਸੋਸੀਏਟਿਡ ਹੈ? ਮਰਡੇਕਾ ਕੱਪ ਕਿਹੜੀ ਕੰਟਰੀ ਹੈ ਜੋ ਨੰਬਰ 1 ਸਪਲਾਈਅਰ ਹੈ ਇੰਡੀਆ ਨੂੰ ਕਰੂਡ ਆਇਲ ਦਾ? ਕਿਹੜੀ ਕੰਟਰੀ ਕਰੂਡ ਆਇਲ ਸਭ ਤੋਂ ਵੱਧ ਐਕਸਪੋਰਟ ਕਰਦੀ ਹੈ ਇੰਡੀਆ ਨੂੰ? ਨਸੀਮ ਅਲ ਬਹਾਰ ਇੱਕ ਨੇਵਲ ਐਕਸਰਸਾਈਜ਼ ਹੈ, ਕਿਹੜੀ ਦੋ ਕੰਟਰੀ ਇਹ ਆਪਸ 'ਚ ਕਰਦੀ ਹੈ? ਨਸੀਮ ਅਲ ਬਹਾਰ। FSSAI ਇਹ ਕਿਹੜੀ ਮਿਨਿਸਟਰੀ ਦੇ ਅੰਡਰ ਕੰਮ ਕਰਦੀ ਹੈ? FSSAI। ਕਿਹੜੇ ਇਹੋ ਜਿਹੇ ਇੰਡੀਅਨ ਨੇ ਜਿਨ੍ਹਾਂ ਨੂੰ ਇੰਡੀਆ ਦਾ ਹਾਈਐਸਟ ਸਿਵਿਲੀਅਨ ਅਵਾਰਡ, ਜਿਹੜਾ ਭਾਰਤ ਰਤਨ ਹੈ ਇੰਡੀਆ ਦਾ ਹਾਈਐਸਟ ਸਿਵਿਲੀਅਨ ਅਵਾਰਡ, ਅਤੇ ਪਾਕਿਸਤਾਨ ਦਾ ਹਾਈਐਸਟ ਸਿਵਿਲੀਅਨ ਅਵਾਰਡ ਨਿਸ਼ਾਨ ਏ ਪਾਕਿਸਤਾਨ ਦੋਨੋਂ ਮਿਲੇ ਹੋਏ ਹੈ? ਲੋਨਾਰ ਲੇਕ ਇਹ ਕਿੱਥੇ ਹੈ? ਕਿਹੜਾ ਸਟੇਡੀਅਮ ਹੈ ਇੰਡੀਆ ਦਾ ਜੋ ਵਰਲਡ ਦਾ ਲਾਰਜੈਸਟ ਕ੍ਰਿਕਟ ਸਟੇਡੀਅਮ ਹੈ? ਸੋ ਇਹ ਸੀ ਤੁਹਾਡੇ ਕੁਇਜ਼ ਦੇ ਕੁਐਸਚਨਸ, ਅਤੇ ਚਲੋ ਆਪਾਂ ਆਨਸਰਸ ਡਿਸਕਸ ਕਰਦੇ ਹਾਂ। ਆਪਣਾ ਫਸਟ ਕੁਐਸਚਨ ਸੀ ਵੀ ਏਸ਼ੀਆ ਦਾ ਬਿਗੇਸਟ ਅਵਾਰਡ ਕਿਹੜਾ ਹੁੰਦਾ ਹੈ? ਏਸ਼ੀਆ ਦਾ ਬਿਗੇਸਟ ਅਵਾਰਡ ਹੁੰਦਾ ਹੈ ਰਾਮੋਨ ਮਗਸੇਸੇ ਅਵਾਰਡ। ਰਾਮੋਨ ਮਗਸੇਸੇ ਅਵਾਰਡ। ਇਹ 1957 ਦੇ ਵਿੱਚ ਐਸਟੈਬਲਿਸ਼ ਹੋਇਆ ਸੀ, 1957 ਦੇ ਵਿੱਚ, ਅਤੇ 2019 ਦੇ ਵਿੱਚ ਰਵੀਸ਼ ਕੁਮਾਰ ਇਹਨਾਂ ਨੂੰ ਰਾਮੋਨ ਮਗਸੇਸੇ ਅਵਾਰਡ ਮਿਲਿਆ। ਰਵੀਸ਼ ਕੁਮਾਰ ਇੱਕ ਜਰਨਲਿਸਟ ਹੈ। ਏਅਰ ਇੰਡੀਆ ਜੋ ਆਪਣਾ ਨੈਸ਼ਨਲ ਕੈਰੀਅਰ ਹੈ, ਇਹਨਾਂ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਕੌਣ ਹੈ? ਇਹਨੇ ਰਾਜੀਵ ਬੰਸਲ। ਰਾਜੀਵ ਬੰਸਲ। ਮਰਡੇਕਾ ਕੱਪ ਕਿਹੜੀ ਗੇਮ ਨਾਲ ਐਸੋਸੀਏਟਿਡ ਹੈ? ਇਹ ਜੀ ਫੁੱਟਬਾਲ ਦੇ ਨਾਲ ਐਸੋਸੀਏਟਿਡ ਹੈ। ਫੁੱਟਬਾਲ। ਕਿਹੜੀ ਕੰਟਰੀ ਹੈ ਜੋ ਨੰਬਰ 1 ਸਪਲਾਈਅਰ ਹੈ ਇੰਡੀਆ ਨੂੰ ਕਰੂਡ ਆਇਲ ਲਈ? ਮਤਲਬ ਸਭ ਤੋਂ ਜ਼ਿਆਦਾ ਕਰੂਡ ਆਇਲ ਦੀ ਐਕਸਪੋਰਟ ਇੰਡੀਆ ਨੂੰ ਕੌਣ ਕਰਦਾ ਹੈ? ਪਹਿਲਾਂ ਇਹ ਸਾਊਦੀ ਅਰੇਬੀਆ ਸੀ, 2 ਸਾਲ ਪਹਿਲਾਂ ਇਹ ਸਾਊਦੀ ਅਰੇਬੀਆ ਸੀ, ਲੇਕਿਨ ਹੁਣ ਸਾਊਦੀ ਅਰੇਬੀਆ ਨੂੰ ਰੀਪਲੇਸ ਕਰਤਾ ਇਰਾਕ ਨੇ। ਰੀਪਲੇਸ ਕਰਤਾ ਸਾਊਦੀ ਅਰੇਬੀਆ ਨੂੰ। ਬਗਦਾਦ ਇਹਦੀ ਕੈਪੀਟਲ ਹੈ ਅਤੇ ਕਰੰਸੀ ਇਹਦੀ ਹੈ ਦਿਨਾਰ। ਨਸੀਮ ਅਲ ਬਹਾਰ ਇੱਕ ਨੇਵਲ ਐਕਸਰਸਾਈਜ਼ ਹੈ, ਸਾਲ 'ਚ 2 ਵਾਰੀ ਕੀਤੀ ਜਾਂਦੀ ਹੈ। ਕਿਹੜੀ ਕੰਟਰੀਜ਼ ਦੇ ਵਿੱਚ ਹੁੰਦੀ ਹੈ ਇਹ? ਓਮਾਨ ਅਤੇ ਇੰਡੀਆ ਅਤੇ ਓਮਾਨ ਦੇ ਵਿੱਚ ਇਹ ਐਕਸਰਸਾਈਜ਼ ਹੁੰਦੀ ਹੈ ਨਸੀਮ ਅਲ ਬਹਾਰ। ਮਸਕਟ ਇਹਦੀ ਕੈਪੀਟਲ ਹੈ ਓਮਾਨ ਦੀ, ਅਤੇ ਰਿਆਲ ਹੈ ਇਹਦੀ ਕਰੰਸੀ। FSSAI ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਇਹ ਕਿਹੜੀ ਮਿਨਿਸਟਰੀ ਦੇ ਅੰਡਰ ਕੰਮ ਕਰਦੀ ਹੈ? ਇਹ ਕੰਮ ਕਰਦੀ ਹੈ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ। ਅਗਰ ਤੁਸੀਂ ਕਦੇ ਨੋਟਿਸ ਕੀਤਾ ਹੋਵੇ ਤਾਂ ਅਗਰ ਆਪਾਂ ਬਾਜ਼ਾਰ ਤੋਂ ਕੋਈ ਵੀ ਪ੍ਰੋਡਕਟ ਖਰੀਦਦੇ ਹਾਂ ਖਾਣ ਪੀਣ ਵਾਲਾ, ਤਾਂ ਉਹਦੇ ਪਿੱਛੇ FSSAI ਦਾ ਮਾਰਕ ਜ਼ਰੂਰ ਲੱਗਿਆ ਹੁੰਦਾ ਹੈ, ਕਿਉਂਕਿ ਇਹ ਉੱਥੋਂ ਦੀ ਸਟੈਂਡਰਡਸ ਪਾਸ ਕਰਕੇ ਫਿਰ ਮਾਰਕੀਟ ਵਿੱਚ ਆਉਂਦੇ ਹੈ। ਨਹੀਂ ਤਾਂ ਅਗਰ ਇਹ ਮਾਰਕ ਨਾ ਹੋਵੇ ਤਾਂ ਮਾਰਕੀਟ ਵਿੱਚ ਕੋਈ ਚੀਜ਼ ਐਂ ਪਬਲਿਸ਼ ਨਹੀਂ ਕਰ ਸਕਦੇ, ਮਤਲਬ ਸਿੱਧਾ ਉਹ ਵੇਚ ਨਹੀਂ ਸਕਦੇ। ਕਿਹੜੇ ਇੰਡੀਅਨ ਨੇ ਜਿਨ੍ਹਾਂ ਨੇ ਹਾਈਐਸਟ ਸਿਵਿਲੀਅਨ ਅਵਾਰਡ ਇੰਡੀਆ ਦਾ ਜੋ ਭਾਰਤ ਰਤਨ ਹੈ ਅਤੇ ਪਾਕਿਸਤਾਨ ਦਾ ਜੋ ਨਿਸ਼ਾਨ ਏ ਪਾਕਿਸਤਾਨ ਹੈ, ਉਹ ਦੋਨੇ ਅਵਾਰਡ ਜਿੱਤ ਰੱਖੇ ਹੈ? ਇਹ ਹੈਗੇ ਨੇ ਜੀ ਆਪਣੇ ਫਾਰਮਰ ਪ੍ਰਾਈਮ ਮਿਨਿਸਟਰ ਮੋਰਾਰਜੀ ਦੇਸਾਈ। ਲੋਨਾਰ ਲੇਕ ਇਹ ਕਿੱਥੇ ਹੈ ਜੀ? ਇਹ ਹੈ ਮਹਾਰਾਸ਼ਟਰ ਵਿੱਚ। ਕਿਹੜਾ ਸਟੇਡੀਅਮ ਹੈ ਇੰਡੀਆ ਦਾ ਜੋ ਕ੍ਰਿਕਟ ਦਾ ਸਭ ਤੋਂ ਵੱਡਾ ਸਟੇਡੀਅਮ ਹੈਗਾ ਵਰਲਡ 'ਚ? ਵਰਲਡ ਦਾ ਸਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਹੈ, ਇਹ ਹੈਗਾ ਜੀ ਮੋਟੇਰਾ ਸਟੇਡੀਅਮ। ਅਤੇ ਇਹ ਕਿੱਥੇ ਹੈ? ਅਹਿਮਦਾਬਾਦ 'ਚ, ਗੁਜਰਾਤ ਵਿੱਚ।
ਅਹਿਮਦਾਬਾਦ। ਸੋ ਇਹ ਸੀ ਤੁਹਾਡਾ ਕੁਇਜ਼। ਹੁਣ ਤੁਸੀਂ ਚੈੱਕ ਕਰ ਸਕਦੇ ਹੋ ਤੁਹਾਡੇ ਕਿੰਨੇ ਕੁਐਸਚਨ ਸਹੀ ਨੇ ਤੇ ਕਿੰਨੇ ਗਲਤ ਨੇ। ਚਲੋ ਆਪਾਂ ਮੂਵ ਕਰਦੇ ਹਾਂ ਹੁਣ ਇੰਪੋਰਟੈਂਟ ਡੇਜ਼ ਕਰਨੀ। ਸੋ 18 ਦਸੰਬਰ ਨੂੰ ਇੰਟਰਨੈਸ਼ਨਲ ਮਾਈਗਰੈਂਟਸ ਡੇ ਓਬਜ਼ਰਵ ਕੀਤਾ ਗਿਆ। ਇੰਟਰਨੈਸ਼ਨਲ ਮਾਈਗਰੈਂਟਸ ਡੇ ਓਬਜ਼ਰਵ ਕੀਤਾ ਗਿਆ 18 ਦਸੰਬਰ ਨੂੰ, ਤੇ ਇਸ ਵਾਰੀ ਦੀ ਥੀਮ ਸੀ ਹਿਊਮਨ ਮੋਬਿਲਿਟੀ। ਗੋਆ ਲਿਬਰੇਸ਼ਨ ਡੇ ਇਹ ਓਬਜ਼ਰਵ ਕੀਤਾ ਗਿਆ 19 ਦਸੰਬਰ ਨੂੰ। ਵਰਲਡ ਅਰੈਬਿਕ ਲੈਂਗੁਏਜ ਡੇ ਓਬਜ਼ਰਵ ਕੀਤਾ ਗਿਆ 18 ਦਸੰਬਰ ਨੂੰ। ਅਰੈਬਿਕ ਇੱਕ ਓਫੀਸ਼ੀਅਲ ਲੈਂਗੁਏਜ ਹੈ ਯੂਨਾਈਟਿਡ ਨੇਸ਼ਨਸ ਦੀ। ਯੂਨਾਈਟਿਡ ਨੇਸ਼ਨ ਦੀ 6 ਓਫੀਸ਼ੀਅਲ ਲੈਂਗੁਏਜਿਸ ਹੈ, ਉਹਨਾਂ ਵਿੱਚ ਇੱਕ ਅਰੈਬਿਕ ਵੀ ਹੈ। ਇੰਟਰਨੈਸ਼ਨਲ ਹਿਊਮਨ ਸੋਲੀਡੈਰਿਟੀ ਡੇ ਇਹ ਓਬਜ਼ਰਵ ਕੀਤਾ ਗਿਆ 20 ਦਸੰਬਰ ਨੂੰ, ਅਤੇ ਨੈਸ਼ਨਲ ਮੈਥਮੈਟਿਕਸ ਡੇ ਓਬਜ਼ਰਵ ਕੀਤਾ ਗਿਆ 22 ਦਸੰਬਰ ਨੂੰ। ਅਤੇ ਅਗਰ ਮੈਥਮੈਟਿਕਸ ਦੀ ਗੱਲ ਹੋ ਹੀ ਰਹੀ ਹੈ ਤਾਂ ਆਪਾਂ ਨੂੰ ਪਤਾ ਇੱਕ ਫੇਮਸ ਮੈਥਮੈਟੀਸ਼ੀਅਨ ਸੀਗੇ ਆਪਣੇ ਇੰਡੀਆ ਦੇ, ਰਾਮਾਨੁਜਨ। ਉਹਨਾਂ ਦੀ ਯਾਦ 'ਚ ਇੱਕ ਰਾਮਾਨੁਜਨ ਪ੍ਰਾਈਜ਼ ਦਿੱਤਾ ਜਾਂਦਾ ਹੈ। ਰਾਮਾਨੁਜਨ ਪ੍ਰਾਈਜ਼ ਹਰੇਕ ਪਿਛਲੇ ਕਿੰਨੇ ਸਾਲਾਂ ਤੋਂ ਹੀ ਇਹ ਜੋ ਪ੍ਰਾਈਜ਼ ਹੈ ਇਹ ਇੰਡੀਅਨ ਨੂੰ ਮਿਲ ਰਿਹਾ ਸੀ, ਲੇਕਿਨ 2020 'ਚ ਪਹਿਲੀ ਵਾਰ ਇਹ ਇੱਕ ਨਾਨ ਇੰਡੀਅਨ ਨੂੰ ਮਿਲਿਆ। ਕੀ ਨਾਮ ਹੈ ਉਹਨਾਂ ਦਾ? ਕੈਰੋਲੀਨ ਅਰਾਊਜ਼ੋ। ਕੈਰੋਲੀਨ ਅਰਾਊਜ਼ੋ। ਇਹ ਕਿੱਥੋਂ ਨੇ? ਇਹ ਬ੍ਰਾਜ਼ੀਲ ਤੋਂ ਹੈ। ਅਤੇ ਰਾਮਾਨੁਜਨ ਪ੍ਰਾਈਜ਼ ਨੂੰ ਸ਼ਸਤਰ ਰਾਮਾਨੁਜਨ ਪ੍ਰਾਈਜ਼ ਦੇ ਨਾਲ ਕਨਫਿਊਜ਼ ਨਹੀਂ ਕਰਨਾ। ਰਾਮਾਨੁਜਨ ਪ੍ਰਾਈਜ਼ ਅਲੱਗ ਹੈ, ਸ਼ਸਤਰ ਰਾਮਾਨੁਜਨ ਪ੍ਰਾਈਜ਼ ਅਲੱਗ ਹੈ। ਇਹ ਇਸ ਵਾਰ ਮਿਲਿਆ ਸੀ ਸ਼ਾਈ ਐਵਰਾ ਨੂੰ। ਦੋਨੋਂ ਅਲੱਗ ਅਲੱਗ ਨੇ, ਮਿਲਦੇ ਦੋਨੋਂ ਮੈਥਮੈਟਿਕਸ ਲਈ ਹੀ ਹੈ, ਲੇਕਿਨ ਰਾਮਾਨੁਜਨ ਪ੍ਰਾਈਜ਼ ਅਤੇ ਸ਼ਸਤਰ ਰਾਮਾਨੁਜਨ ਪ੍ਰਾਈਜ਼ ਦੋਨੋਂ ਅਲੱਗ ਅਲੱਗ ਹੈ। ਆਪਾਂ ਸ਼ੁਰੂ ਕਰਦੇ ਹਾਂ ਆਪਣੇ MCQ ਫਾਰਮੈਟ ਵਿੱਚ ਕਰੰਟ ਅਫੇਅਰਸ। ਗ੍ਰੇਟ ਐਸਟਰੋਨੋਮਿਕਲ ਕੰਜੰਕਸ਼ਨ। ਇਸ ਵਾਰ ਕੀ ਹੋਇਆ ਸੀ, ਦੋ ਪਲੈਨਟ ਸੀਗੇ ਜੋ ਇੱਕ ਦੂਸਰੇ ਦੇ ਕਾਫੀ ਨਜ਼ਦੀਕ ਆ ਗਏ ਸੀ, ਅਤੇ ਇਹ ਨਜ਼ਦੀਕ ਆਏ ਸੀ 800 ਸਾਲਾਂ ਬਾਅਦ। 800 ਈਅਰਸ ਦੇ ਬਾਅਦ ਇਹ ਇੰਨੇ ਨਜ਼ਦੀਕ ਆਏ ਸੀ। ਇਹ ਕਿਹੜੇ ਕਿਹੜੇ ਪਲੈਨਟ ਸੀਗੇ? ਇਹ ਦੋ ਪਲੈਨਟਸ ਨੇ ਜੀ ਜੁਪੀਟਰ ਅਤੇ ਸੈਚੁਰਨ। ਅਤੇ ਦਸੰਬਰ 21 ਦਸੰਬਰ ਇਸ ਦਿਨ ਇਹ ਮਤਲਬ ਇਹਨਾਂ ਵਿੱਚ ਫਾਸਲਾ ਸਭ ਤੋਂ ਘੱਟ ਹੋਇਆ ਸੀ, ਅਤੇ 21 ਦਸੰਬਰ ਨੂੰ ਹੀ ਵਿੰਟਰ ਸੋਲਿਸਾਈਟ ਹੁੰਦਾ। ਅਤੇ ਇਸ ਦਿਨ ਕੀ ਹੁੰਦਾ ਬਈ, ਮਤਲਬ 21 ਦਸੰਬਰ ਦਾ ਦਿਨ ਸਭ ਤੋਂ ਛੋਟਾ ਹੁੰਦਾ ਹੈ ਅਤੇ ਰਾਤ ਸਭ ਤੋਂ ਲੰਬੀ ਹੁੰਦੀ ਹੈ। ਸਾਲ ਵਿੱਚ ਇੱਕ ਇਹੋ ਜਿਹਾ ਦਿਨ ਹੁੰਦਾ ਹੈ ਜਦੋਂ ਦਿਨ ਸਭ ਤੋਂ ਛੋਟਾ ਹੁੰਦਾ ਹੈ ਅਤੇ ਰਾਤ ਸਭ ਤੋਂ ਲੰਬੀ ਹੁੰਦੀ ਹੈ, 21 ਦਸੰਬਰ ਦਾ। ਕਿਹੜਾ ਬੈਂਕ ਹੈ ਜਿਹਨੇ ਇੱਕ ਪਲੈਟਫਾਰਮ ਲਾਂਚ ਕੀਤਾ ਹੈ ਜਿਹਦਾ ਨਾਮ ਹੈ ਇਨਫਾਨਾਈਟ ਇੰਡੀਆ? ਇਹ ਜੋ ਇਨਫਾਨਾਈਟ ਇੰਡੀਆ ਇਹ ਫੋਰਨ ਕੰਟਰੀਜ਼ ਨੂੰ ਹੈਲਪ ਕਰੂਗਾ ਇੰਡੀਆ ਵਿੱਚ ਆਉਣ 'ਚ ਅਤੇ ਆਪਣਾ ਬਿਜ਼ਨਸ ਐਕਸਪੈਂਡ ਕਰਨ 'ਚ। ਇਹ ਇਨਫਾਨਾਈਟ ਇੰਡੀਆ ਕਿਹੜੇ ਬੈਂਕ ਨੇ ਲਾਂਚ ਕੀਤਾ? ਇਹ ਕੀਤਾ ICICI ਬੈਂਕ ਨੇ। ICICI ਬੈਂਕ ਦਾ ਜੋ ਮੈਨੇਜਿੰਗ ਡਾਇਰੈਕਟਰ ਹੈ ਇਹ ਕੌਣ ਹੈ ਜੀ? ਸੰਦੀਪ ਬਖਸ਼ੀ। ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ 26 ਦਸੰਬਰ ਨੂੰ ਇੱਕ ਹੈਲਥ ਇੰਸ਼ੋਰੈਂਸ ਸਕੀਮ ਲਾਂਚ ਕੀਤੀ ਹੈ ਜੰਮੂ ਅਤੇ ਕਸ਼ਮੀਰ ਦੇ ਲੋਕਾਂ ਲਈ। ਇਹ ਸਕੀਮ ਦਾ ਕੀ ਨਾਮ ਹੈ? ਇਹਦਾ ਨਾਮ ਹੈ ਜੀ ਪ੍ਰਧਾਨ ਮੰਤਰੀ ਜਾਨ ਆਰੋਗਯ ਯੋਜਨਾ ਸਿਹਤ। ਆਪਸ਼ਨ B ਸਿਹਤ। ਕਿਹੜੇ ਬੈਂਕ ਨੇ $231 ਮਿਲੀਅਨ ਦਾ ਲੋਨ ਦਿੱਤਾ ਹੈ ਕੋਪੀਲੀ ਹਾਈਡਰੋ ਇਲੈਕਟ੍ਰਿਕ ਪਾਵਰ ਪ੍ਰੋਜੈਕਟ ਬਣਾਉਣ ਲਈ ਜੋ ਅਸਾਮ ਦੇ ਵਿੱਚ ਲੱਗੂਗਾ? ਇਹ ਦਿੱਤਾ ਜੀ ਏਸ਼ੀਅਨ ਡਿਵੈਲਪਮੈਂਟ ਬੈਂਕ। Who was conferred with Legion of Merit Medal by US President Donald Trump? US ਦੇ ਜੋ ਪ੍ਰੈਜ਼ੀਡੈਂਟ ਨੇ ਡੋਨਲਡ ਟਰੰਪ, ਉਹਨਾਂ ਨੇ ਲੀਗਨ ਆਫ ਮੈਰਿਟ ਮੈਡਲ ਕਿਹਨੂੰ ਦਿੱਤਾ? ਇਹ ਦਿੱਤਾ ਜੀ ਨਰਿੰਦਰ ਮੋਦੀ ਨੂੰ, ਆਪਣੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੂੰ। ਮੇਨਲੀ ਇਹਨਾਂ ਨੇ ਜੋ ਕੁਆਡ ਗਰੁੱਪ ਹੈ ਇਹਨਾਂ ਦਾ, ਕੁਆਡ ਗਰੁੱਪ ਦੇ ਮੈਂਬਰਸ ਨੂੰ ਦਿੱਤਾ ਹੈ। ਕੁਆਡ ਗਰੁੱਪ 'ਚ ਕੌਣ ਕੌਣ ਹੈ ਜੀ? ਇੱਕ ਤਾਂ ਹੈ ਜਾਪਾਨ, ਆਸਟ੍ਰੇਲੀਆ ਅਤੇ ਇੰਡੀਆ, ਅਤੇ US ਤਾਂ ਹੈਗਾ ਹੀ ਹੈ। ਸੋ ਜਾਪਾਨ ਤੋਂ ਸ਼ਿੰਜੋ ਆਬੇ ਨੂੰ ਜਾਪਾਨ ਤੋਂ, ਸਕੌਟ ਮੋਰਿਸਨ
ਆਸਟ੍ਰੇਲੀਆ ਤੋਂ, ਤੇ ਨਰਿੰਦਰ ਮੋਦੀ ਇੰਡੀਆ ਤੋਂ। ਇਹਨਾਂ ਨੂੰ ਲੀਜਨ ਆਫ ਮੈਰਿਟ ਮੈਡਲ ਦਿੱਤਾ ਗਿਆ ਹੈ ਜੋ US ਦੇ ਪ੍ਰੈਜ਼ੀਡੈਂਟ ਹੈ ਡੋਨਲਡ ਟਰੰਪ ਦੁਆਰਾ। ਲੈਪਰਡਸ ਦੀ ਪੋਪੂਲੇਸ਼ਨ ਇੰਡੀਆ ਵਿੱਚ ਕਿੰਨੇ % ਨਾਲ ਇੰਕਰੀਜ਼ ਕਰ ਗਈ ਪਿਛਲੇ 4 ਸਾਲਾਂ 'ਚ? ਦ ਸਟੇਟਸ ਆਫ ਲੀਪਰਡ ਇਨ ਇੰਡੀਆ 2018 ਦੀ ਰਿਪੋਰਟ ਦੇ ਅਨੁਸਾਰ। ਸੋ ਇਹ ਇੰਕਰੀਜ਼ ਕਰ ਗਈ ਜੀ 40% ਦੇ ਨਾਲ। ਮੈਕਸੀਮਮ ਲੈਪਰਡਸ ਇੰਡੀਆ ਦੇ ਵਿੱਚ ਪਾਏ ਜਾਂਦੇ ਨੇ ਮੱਧ ਪ੍ਰਦੇਸ਼ 'ਚ। ਮੱਧ ਪ੍ਰਦੇਸ਼ 'ਚ ਸਭ ਤੋਂ ਵੱਧ ਲੈਪਰਡਸ ਪਾਏ ਜਾਂਦੇ ਨੇ, ਉਸ ਤੋਂ ਬਾਅਦ ਕਰਨਾਟਕਾ 'ਚ, ਅਤੇ ਉਸ ਤੋਂ ਬਾਅਦ ਮਹਾਰਾਸ਼ਟਰ 'ਚ। ਆਪਣੇ ਇੱਥੇ ਇੱਕ ਇੰਡੀਆ ਵਿੱਚ ਸਨੋ ਲੈਪਰਡ ਵੀ ਪਾਇਆ ਜਾਂਦਾ ਹੈ, ਸਨੋ ਲੈਪਰਡ, ਅਤੇ ਇਹ ਹਿਮਾਚਲ ਪ੍ਰਦੇਸ਼ ਦਾ ਸਟੇਟ ਐਨੀਮਲ ਹੈ। ਸਨੋ ਲੈਪਰਡ ਹਿਮਾਚਲ ਪ੍ਰਦੇਸ਼ ਦਾ ਸਟੇਟ ਐਨੀਮਲ ਹੈ। ਅਤੇ ਇੰਡੀਆ ਦਾ ਫਸਟ ਸਨੋ ਲਿਓਪਰਡ ਕੰਜ਼ਰਵੇਸ਼ਨ ਕਿੱਥੇ ਖੁੱਲ੍ਹਿਆ ਜੀ? ਇਹ ਖੁੱਲ੍ਹਿਆ ਉੱਤਰਾਖੰਡ ਦੇ ਵਿੱਚ। ਇੰਡੀਆ ਦਾ ਫਸਟ ਸਨੋ ਲੈਪਰਡ ਕੰਜ਼ਰਵੇਸ਼ਨ ਇਹ ਖੁੱਲ੍ਹਿਆ ਉੱਤਰਾਖੰਡ ਦੇ ਵਿੱਚ। ਅਤੇ ਇੰਡੀਆ ਦੇ ਵਿੱਚ ਇੱਕ ਹੋਰ ਲੈਪਰਡ ਪਾਇਆ ਜਾਂਦਾ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਕਲਾਊਡਡ ਲੈਪਰਡ। ਕਲਾਊਡਡ ਲੈਪਰਡ, ਅਤੇ ਇਹ ਮੇਘਾਲਿਆ ਦਾ ਸਟੇਟ ਐਨੀਮਲ ਹੈ। ਮੇਘਾਲਿਆ ਦਾ ਸਟੇਟ ਐਨੀਮਲ ਹੈ ਕਲਾਊਡਡ ਲੈਪਰਡ। ਅਤੇ ਕਲਾਊਡਡ ਲੈਪਰਡ ਇੱਕ ਉਹ ਵੀ ਹੈ, ਨੈਸ਼ਨਲ ਪਾਰਕ ਵੀ ਹੈ, ਕਲਾਊਡਡ ਲੈਪਰਡ ਨੈਸ਼ਨਲ ਪਾਰਕ। ਉਹ ਕਿੱਥੇ ਹੈ ਜੀ? ਤੇਲੰਗਾਨਾ 'ਚ। ਤੇਲੰਗਾਨਾ ਵਿੱਚ ਕਲਾਊਡਡ ਲੈਪਰਡ ਨੈਸ਼ਨਲ ਪਾਰਕ ਹੈ, ਅਤੇ ਕਲਾਊਡਡ ਲੈਪਰਡ ਮੇਘਾਲਿਆ ਦਾ ਸਟੇਟ ਐਨੀਮਲ ਹੈ। ਸੋ ਇਸ 'ਚ ਆਪਾਂ ਕਨਫਿਊਜ਼ ਨਹੀਂ ਹੋਣਾ ਬਿਲਕੁਲ ਵੀ। ਵੈਸਟਰਨ ਰੇਲਵੇ ਦੇ ਕਿਹੜੇ ਡਿਵੀਜ਼ਨ ਨੇ ਇੱਕ ਰਿਕਾਰਡ ਬਣਾਇਆ ਹੈ ਵੀ ਉਹਨਾਂ ਨੇ 10.06 ਕਰੋੜ ਲੀਟਰ ਮਿਲਕ ਲੋਡ ਕਰ ਲਿਆ ਸੀ? 10.06 ਕਰੋੜ ਲੀਟਰ ਮਿਲਕ ਇਹਨਾਂ ਨੇ ਸਟੋਰ ਕੀਤਾ ਸੀ। ਕਿਹੜੇ ਡਿਵੀਜ਼ਨ ਨੇ ਇਹ ਰਿਕਾਰਡ ਬਣਾਇਆ? ਇਹ ਬਣਾਇਆ ਜੀ ਅਹਿਮਦਾਬਾਦ ਡਿਵੀਜ਼ਨ ਨੇ। ਅਹਿਮਦਾਬਾਦ ਡਿਵੀਜ਼ਨ ਨੇ। ਅਤੇ ਵੈਸਟਰਨ ਰੇਲਵੇ ਦਾ ਹੈੱਡਕੁਆਟਰਸ ਹੈ ਮੁੰਬਈ ਵਿੱਚ। ਮੁੰਬਈ ਦੇ ਵਿੱਚ ਵੈਸਟਰਨ ਰੇਲਵੇ ਦਾ ਹੈੱਡਕੁਆਟਰਸ ਹੈ। ਜੋ ਫੀਮੇਲ ਬਾਕਸਿੰਗ ਦਾ ਵਰਲਡ ਕੱਪ ਹੋਇਆ ਜਰਮਨੀ ਦੇ ਵਿੱਚ, ਉਸ 'ਚ 60 ਕਿਲੋਗ੍ਰਾਮ ਦੀ ਕੈਟਾਗਰੀ ਦੇ ਵਿੱਚ ਗੋਲਡ ਮੈਡਲ ਕਿਹਨੇ ਜਿੱਤੇ? ਸੋ ਆਪਣੇ ਇੰਡੀਆ ਨੇ 3 ਗੋਲਡ ਮੈਡਲ ਜਿੱਤੇ ਨੇ, ਠੀਕ ਹੈ। 60 ਕਿਲੋਗ੍ਰਾਮ ਦੀ ਕੈਟਾਗਰੀ ਵਿੱਚ ਗੋਲਡ ਮੈਡਲ ਜਿੱਤਿਆ ਸਿਮਰਨਜੀਤ ਕੌਰ ਨੇ। ਸਿਮਰਨਜੀਤ ਕੌਰ ਨੇ 60 ਕਿਲੋਗ੍ਰਾਮ ਦੀ ਕੈਟਾਗਰੀ ਵਿੱਚ ਜਿੱਤਿਆ। ਮਨੀਸ਼ਾ ਨੇ ਜਿੱਤਿਆ 57 kg ਦੀ ਕੈਟਾਗਰੀ 'ਚ। ਅਤੇ ਇੱਕ ਰੈਸਲਰ ਨੇ, ਬਾਕਸਰ ਨੇ, ਅਮਿਤ ਫੰਗਲ ਨੇ ਜਿੱਤਿਆ 52 ਕਿਲੋਗ੍ਰਾਮ ਦੀ ਕੈਟਾਗਰੀ ਵਿੱਚ। 52 ਗ੍ਰਾਮ ਦੀ ਕੈਟਾਗਰੀ ਜਿੱਤਿਆ ਅਮਿਤ ਫੰਗਲ ਨੇ। ਗੌਰਮੈਂਟ ਆਫ ਇੰਡੀਆ ਨੇ ਅਨਾਊਂਸ ਕੀਤਾ ਹੈ ਕਿ ਉਹ ਇੱਕ ਮਿਊਜ਼ੀਅਮ ਖੋਲ੍ਹਣਗੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ 125th ਬਰਥ ਐਨੀਵਰਸਰੀ 'ਤੇ, ਜੋ ਕਿ 2022 ਦੇ ਵਿੱਚ ਹੈ। 2022 ਦੇ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਬਰਥ ਐਨੀਵਰਸਰੀ ਹੈ। ਉਦੋਂ ਇੱਕ ਮਿਊਜ਼ੀਅਮ ਖੋਲ੍ਹਿਆ ਜਾਊਗਾ। ਉਹ ਕਿੱਥੇ ਖੋਲ੍ਹਿਆ ਜਾਊਗਾ? ਉਹ ਖੋਲ੍ਹਿਆ ਜਾਊਗਾ ਕੋਲਕਾਤਾ ਵਿੱਚ। ਕੋਲਕਾਤਾ ਵਿੱਚ ਇੱਥੇ ਕਲਕੱਤਾ ਵਿੱਚ ਹੀ ਫਸਟ ਟਰੈਂਪ ਲਾਇਬ੍ਰੇਰੀ ਖੁੱਲ੍ਹੀ ਹੈ, ਟਰੈਂਪ ਲਾਇਬ੍ਰੇਰੀ। ਅਤੇ ਇੱਥੇ ਹੀ ਫਸਟ ਇੰਡੀਆ ਦਾ ਫਸਟ ਟਾਇਰ ਪਾਰਕ ਵੀ ਖੁੱਲ੍ਹਿਆ, ਟਾਇਰ ਪਾਰਕ। ਕਿਹੜੀ ਸਟੇਟ ਗੌਰਮੈਂਟ ਨੇ ਫਲੈਕਸ ਬੈਨਰਸ, ਫਲੈਕਸ ਬੋਰਡਸ ਅਤੇ ਫਲੈਕਸ ਪੋਸਟਰਸ 'ਤੇ ਇੱਕ ਪ੍ਰੋਪਰਲੀ ਇੱਕ ਬੈਨ ਲਗਾਤਾ ਵੀ ਇਹ ਬਿਲਕੁਲ ਵੀ ਯੂਜ਼ ਨਹੀਂ ਕਰਨੀ? ਕਿਉਂਕਿ ਦੇਖੋ ਫਲੈਕਸ ਜੋ ਹੈ ਇਹ ਇਨਵਾਇਰਮੈਂਟ 'ਤੇ ਕਾਫੀ ਬੁਰਾ ਅਸਰ ਪਾਉਂਦਾ ਹੈ। ਸੋ ਇਹ ਕੀਤਾ ਹੈ ਨਾਗਾਲੈਂਡ ਦੀ ਸਟੇਟ ਗੌਰਮੈਂਟ ਨੇ। ਨਾਗਾਲੈਂਡ ਦੀ ਸਟੇਟ ਗੌਰਮੈਂਟ ਨੇ ਜੋ ਫਲੈਕਸ ਵਾਲੀ ਚੀਜ਼ਾਂ ਹੁੰਦੀਆਂ ਸਾਰੀਆਂ ਨੂੰ ਪ੍ਰੋਪਰਲੀ ਬੰਦ ਕਰਤਾ। ਵੀਜ਼ਾ ਕਾਰਡਸ ਦੇ ਨਾਲ ਪਾਰਟਨਰਸ਼ਿਪ ਵਿੱਚ ਆ ਕੇ ਕਿਹੜੇ ਬੈਂਕ ਨੇ ਈ ਸੀਰੀਜ਼ ਦੇ ਡੈਬਿਟ ਕਾਰਡ ਸ਼ੁਰੂ ਕੀਤੇ ਨੇ? ਈ ਸੀਰੀਜ਼ ਦੇ ਡੈਬਿਟ ਕਾਰਡ ਸ਼ੁਰੂ ਕੀਤੇ ਨੇ ਯੈਸ ਬੈਂਕ ਨੇ। ਆਪਸ਼ਨ ਏ ਯੈਸ ਬੈਂਕ। ਹੂ ਇਜ਼ ਦ ਆਥਰ ਆਫ ਦ ਬੁੱਕ ਓ ਮਿਜ਼ੋਰਮ? ਓ ਮਿਜ਼ੋਰਮ ਦੇ ਇਹ ਇੱਕ ਬੁੱਕ ਹੈ ਜਿਹਦੇ ਵਿੱਚ ਇੰਗਲਿਸ਼ ਪੋਇਮਸ ਨੇ। ਇਸ ਦਾ ਆਥਰ ਕੌਣ ਹੈ? ਅਗਰ ਤੁਸੀਂ ਇਹ ਪਿਕ ਨੂੰ ਪਹਿਚਾਣਦੇ ਹੋ ਤਾਂ ਇਹ ਕੌਣ ਹੈ? PS ਸ਼੍ਰੀਧਰਨ ਪਿੱਲਾਈ। PS ਸ਼੍ਰੀਧਰਨ ਪਿੱਲਾਈ ਕੌਣ ਨੇ? ਇਹ ਗਵਰਨਰ ਨੇ, ਮਿਜ਼ੋਰਮ ਦੇ ਗਵਰਨਰ ਨੇ ਇਹ। ਅਤੇ ਇਹਨਾਂ ਨੇ ਹੋਰ ਵੀ ਕਾਫੀ ਬੁੱਕਸ ਲਿਖੀਆਂ ਜਿਵੇਂ ਰਿਪਬਲਿਕ ਡੇ 2020,
ਰਿਪਬਲਿਕ ਡੇ 2020 ਵੀ ਇਹਨਾਂ ਨੇ ਲਿਖੀ ਹੈ। ਅਤੇ ਕਰੋਨਾ ਕਵਿਤਾ ਕਾਲ ਕਰੋਨਾ ਕਵਿਤਾ ਕਾਲ ਇਹ ਵੀ ਇਹਨਾਂ ਨੇ ਬੁੱਕ ਲਿਖੀ ਹੈ। ਵਰਲਡ ਬੈਂਕ ਨੇ 4 ਇੰਡੀਆ ਦੇ ਪ੍ਰੋਜੈਕਟਸ ਨੂੰ $800 ਮਿਲੀਅਨ ਦਾ ਸਪੋਰਟ ਦਿੱਤਾ ਹੈ। ਅਤੇ ਉਹਨਾਂ ਵਿੱਚ ਇੱਕ ਪ੍ਰੋਜੈਕਟ ਹੈ ਚਿਰਾਗ। ਇਹ ਪ੍ਰੋਜੈਕਟ ਕਿਹੜੀ ਸਟੇਟ ਦਾ ਹੈ? ਇਹ ਹੈ ਜੀ ਛੱਤੀਸਗੜ੍ਹ ਦਾ ਪ੍ਰੋਜੈਕਟ ਹੈ ਚਿਰਾਗ। ਇਹਦੇ ਵਿੱਚ ਉਹ ਕੀ ਕਰਨਗੇ ਵੀ ਜੋ ਰੂਰਲ ਏਰੀਆਜ਼ ਹੈਗੇ ਆ ਅਤੇ ਐਗਰੀਕਲਚਰ ਦਾ ਸੈਕਟਰ ਹੈ ਉਹਨਾਂ ਨੂੰ ਗਰੋ ਕਰਨ 'ਚ ਹੈਲਪ ਕਰਨਗੇ। ਦੇਖੋ ਇਹਨਾਂ ਨੇ ਇਸ ਪਹਿਲਾਂ ਹੀ ਕਿਹਾ ਬਈ 4 ਪ੍ਰੋਜੈਕਟ ਹੈ। ਇੱਕ ਤਾਂ ਹੋ ਗਿਆ ਚਿਰਾਗ, ਬਾਕੀ ਕਿਹੜੇ ਹੈ? ਇੱਕ ਨਾਗਾਲੈਂਡ ਦਾ ਇੱਕ ਪ੍ਰੋਜੈਕਟ ਹੈ, ਠੀਕ ਹੈ। ਉਹਦੇ ਵਿੱਚ ਉਹ ਕੀ ਕਰਨਗੇ, ਜੋ ਕਲਾਸਰੂਮਸ ਨੇ, ਟੀਚਿੰਗ ਫੈਸਿਲਿਟੀਜ਼ ਹੈ, ਉਹਨਾਂ ਨੂੰ ਐਨਹਾਂਸ ਕਰਨ ਦੀ ਕੋਸ਼ਿਸ਼ ਕਰਨਗੇ, ਠੀਕ ਹੈ। ਇੱਕ ਤਾਂ ਚਿਰਾਗ ਹੋ ਗਿਆ, ਦੂਸਰਾ ਹੋ ਗਿਆ ਨਾਗਾਲੈਂਡ ਵਾਲਾ। ਫਿਰ ਹੈ ਇੱਕ ਡ੍ਰਿਪ ਪ੍ਰੋਗਰਾਮ ਹੈ। ਡ੍ਰਿਪ ਦੇ ਵਿੱਚ ਕੀ ਹੋਊਗਾ, ਇਹ ਜੋ ਡੈਮਸ ਦੀ ਇੰਪਰੂਵਮੈਂਟ ਕਰਨ ਲਈ ਹੁੰਦਾ ਇਹ ਵੀ ਡੈਮਸ ਨੂੰ ਬਣਾਉਣ ਲਈ ਅਤੇ ਜੋ ਡੈਮਸ ਪਹਿਲਾਂ ਹੀ ਬਣੇ ਹੋਏ ਆ ਉਹਨਾਂ ਦੀ ਇੰਪਰੂਵਮੈਂਟ ਕਰਨ ਲਈ, ਠੀਕ ਹੈ ਜੀ। 3 ਪ੍ਰੋਜੈਕਟ ਇਹ ਹੋ ਗਏ। ਅਤੇ ਫੋਰਥ ਕਿਹੜਾ ਹੈ? ਫੋਰਥ ਹੈ ਜੋ ਕੋਵਿਡ-19 ਤੋਂ ਪੀੜਿਤ ਬੰਦੇ ਨੇ ਜਿਹੜੇ ਕਾਫੀ ਗਰੀਬ ਨੇ ਉਹਨਾਂ ਨੂੰ ਮਦਦ ਕਰਨ ਲਈ ਇਹ ਪੈਸੇ ਲਿੱਤੇ ਗਏ ਨੇ ਵਰਲਡ ਬੈਂਕ ਤੋਂ ਵੀ ਉਹਨਾਂ ਨੂੰ ਅਸੀਂ ਹੈਲਪ ਕਰਾਂਗੇ। ਸੋ ਇਸ ਕੁਐਸਚਨ ਦਾ ਆਪਣਾ ਆਨਸਰ ਹੋ ਜਾਊਗਾ ਛੱਤੀਸਗੜ੍ਹ, ਕਿਉਂਕਿ ਚਿਰਾਗ ਜੋ ਪ੍ਰੋਜੈਕਟ ਹੈ ਇਹ ਛੱਤੀਸਗੜ੍ਹ ਲਈ ਹੈ। ਕਿਹੜੀ ਸਟੇਟ ਗਵਰਨਮੈਂਟ ਨੇ ਵਿਰਾਸਤ ਕੈਂਪੇਨ ਸ਼ੁਰੂ ਕੀਤੀ ਹੈ, ਜਿਹਦੇ ਵਿੱਚ ਕੀ ਹੋਊਗਾ, ਕੋਈ ਵੀ ਅਗਰ ਪ੍ਰੋਪਰਟੀ ਜਾਂ ਫਿਰ ਲੈਂਡ ਦੇ ਡਿਸਪਿਊਟਸ ਨੇ ਰੂਰਲ ਏਰੀਆ ਵਿੱਚ ਉਹਨਾਂ ਨੂੰ ਸੁਲਝਾਉਣ ਲਈ। ਸੋ ਇਹ ਸ਼ੁਰੂ ਕੀਤਾ ਹੈ ਉੱਤਰ ਪ੍ਰਦੇਸ਼ ਦੀ ਸਰਕਾਰ ਨੇ, ਯੂਪੀ ਦੀ ਸਰਕਾਰ ਨੇ ਇਹ ਚੀਜ਼ ਸ਼ੁਰੂ ਕੀਤੀ ਹੈ। ਇਸ 'ਚ ਕੀ ਹੋਊਗਾ ਵੀ ਜੋ ਵੀ ਤੁਹਾਡੇ ਡਿਸਪਿਊਟਸ ਨੇ ਲੈਂਡ ਨੂੰ ਲੈ ਕੇ ਉਹ ਕੋਰਟਸ ਦੇ ਬਾਹਰ ਹੀ ਸਿਮਟ ਜਾਇਆ ਕਰਨ, ਮਤਲਬ ਕੋਰਟ ਤੱਕ ਨਾ ਜਾਇਆ ਕਰੇ, ਉਸ ਤੋਂ ਬਾਹਰ ਹੀ ਸਿਮਟ ਜਾਇਆ ਕਰਨ। ਸੋ ਇਹ ਕੈਂਪੇਨ ਸ਼ੁਰੂ ਹੋਇਆ। ਇੰਡੀਆਜ਼ ਫਸਟ ਐਡਵਾਂਸਡ ਹਾਈਪਰਸੋਨਿਕ ਵਿੰਡ ਟਨਲ ਟੈਸਟ ਫੈਸਿਲਿਟੀ ਕਿੱਥੇ ਸ਼ੁਰੂ ਹੋਈ ਹੈ ਜੀ? ਇਹ ਸ਼ੁਰੂ ਹੋਈ ਹੈ ਹੈਦਰਾਬਾਦ 'ਚ। ਅਤੇ ਸ਼ੁਰੂ ਕਿਹਨੇ ਕੀਤੀ ਹੈ? DRDO ਨੇ ਇਹ ਸ਼ੁਰੂ ਕੀਤੀ ਹੈ। ਇੰਡੀਆਜ਼ ਫਸਟ ਸੈਂਟਰ ਆਫ ਐਕਸੀਲੈਂਸ ਫॉर ਸਕਿੱਲ ਡਿਵੈਲਪਮੈਂਟ ਇਨ ਦ ਪਾਵਰ ਸੈਕਟਰ, ਇਹ ਕਿੱਥੇ ਖੁੱਲ੍ਹਿਆ ਜੀ? ਪਾਵਰ ਸੈਕਟਰ ਲਈ ਸਕਿੱਲ ਡਿਵੈਲਪਮੈਂਟ ਦਾ ਸੈਂਟਰ ਕਿੱਥੇ ਖੁੱਲ੍ਹਿਆ? ਇਹ ਖੁੱਲ੍ਹਿਆ ਗੁਰੂਗ੍ਰਾਮ ਦੇ ਵਿੱਚ। ਅਤੇ ਗੁਰੂਗ੍ਰਾਮ ਦੇ ਵਿੱਚ ਹੀ ਇੰਟਰਨੈਸ਼ਨਲ ਸੋਲਰ ਅਲਾਇੰਸ ਦਾ ਵੀ ਹੈੱਡਕੁਆਟਰਸ ਹੈ। ਇੰਟਰਨੈਸ਼ਨਲ ਸੋਲਰ ਅਲਾਇੰਸ, ਇਹਦੇ ਹੈੱਡਕੁਆਟਰਸ ਨੇ ਗੁਰੂਗ੍ਰਾਮ 'ਚ। ਸਪੋਰਟਸ ਮਿਨਿਸਟਰੀ ਨੇ ਖੇਲੋ ਇੰਡੀਆ ਯੂਥ ਗੇਮਸ 2021 ਜੋ ਹੋ ਰਹੇ ਨੇ, ਖੇਲੋ ਇੰਡੀਆ ਯੂਥ ਗੇਮਸ, ਸਪੋਰਟਸ ਮਿਨਿਸਟਰੀ ਨੇ ਕਿਹੜੀ ਗੇਮਸ ਨੂੰ ਅਪਰੂਵ ਕਰਤਾ ਬਈ ਉਹ ਵੀ ਇਹਦੇ ਵਿੱਚ ਇੰਕਲੂਡ ਕੀਤੀਆਂ ਜਾਣਗੀਆਂ। ਸੋ ਇਹ ਹੈ ਗੱਤਕਾ, ਥਾਂਗ ਤਾ, ਕਾਲਾਰੀਪਾਯਾਤੂ। ਸੋ ਇਹਦਾ ਆਨਸਰ ਹੋ ਜਾਊਗਾ ਆਲ ਆਫ ਦੀਜ਼। ਸਾਰੀਆਂ ਗੇਮਸ ਇਹ ਜੋ ਇੰਕਲੂਡ ਕਰ ਦਿੱਤੀਆਂ ਜਾਣਗੀਆਂ ਖੇਲੋ ਇੰਡੀਆ ਯੂਥ ਗੇਮਸ 2021 ਦੇ ਵਿੱਚ। ਇਹ ਹੋ ਕਿੱਥੇ ਰਹੇ ਨੇ? ਇਹ ਹੋ ਰਹੇ ਨੇ ਹਰਿਆਣਾ ਦੇ ਵਿੱਚ। ਹਰਿਆਣਾ ਵਿੱਚ ਹੋ ਰਹੇ ਨੇ ਇਹ, ਪੰਚਕੂਲਾ ਵਿੱਚ ਹੋਣਗੇ, ਪੰਚਕੂਲਾ 'ਚ ਹਰਿਆਣਾ ਵਿੱਚ ਹੋਣਗੇ ਖੇਲੋ ਇੰਡੀਆ ਯੂਥ ਗੇਮਸ 2021। ਸੈਨ ਇਸੀਡਰੋ ਮੂਵਮੈਂਟ ਇਹ ਕਿਹੜੀ ਕੰਟਰੀ ਚੱਲ ਰਹੀ ਹੈ? ਇਹ ਚੱਲ ਰਹੀ ਹੈ ਜੀ ਕੂਬਾ ਦੇ ਵਿੱਚ। ਕਿਉਂਕਿ ਦੇਖੋ ਉੱਥੇ ਜੋ ਗਵਰਨਮੈਂਟ ਸੀ ਨਾ ਉਹ ਲੋਕਾਂ ਪ੍ਰਤੀ ਕਾਫੀ ਤਾਨਾਸ਼ਾਹੀ ਜਿਹੀ ਹੋਈ ਪਈ ਸੀ। ਸੋ ਇਸ ਲਈ ਉੱਥੋਂ ਦੇ ਲੋਕਾਂ ਨੇ ਇੱਕ ਧਰਨਾ ਲਾਤਾ। ਸੋ ਉੱਥੇ ਇਹ ਚੱਲ ਰਹੀ ਹੈ। ਇੰਡੀਆ ਦਾ ਫਸਟ ਮੈਗਾ ਲੈਦਰ ਪਾਰਕ ਇਹ ਕਿਹੜੀ ਸਟੇਟ ਵਿੱਚ ਖੁੱਲ੍ਹਿਆ? ਇਹ ਖੁੱਲ੍ਹਿਆ ਜੀ ਉੱਤਰ ਪ੍ਰਦੇਸ਼ ਦੇ ਵਿੱਚ। ਅਤੇ ਉੱਤਰ ਪ੍ਰਦੇਸ਼ 'ਚ ਵੀ ਅੱਗੇ ਗਾਂਹ ਪੁੱਛਣ ਵੀ ਕਿੱਥੇ, ਤਾਂ ਕਾਨਪੁਰ ਦੇ ਵਿੱਚ। ਟੀ ਫਾਈਬਰ ਗ੍ਰਿਡ ਪ੍ਰੋਜੈਕਟ ਇਹ ਹੁਣੀ ਨਿਊਜ਼ ਸੀਗਾ। ਇਹ ਪ੍ਰੋਜੈਕਟ ਕਿਹੜੀ ਸਟੇਟ 'ਚ ਸ਼ੁਰੂ ਹੋਇਆ? ਟੀ ਫਾਈਬਰ ਗ੍ਰਿਡ ਪ੍ਰੋਜੈਕਟ ਸ਼ੁਰੂ ਹੋਇਆ ਤੇਲੰਗਾਨਾ ਦੇ ਵਿੱਚ। ਇਹ ਤੇਲੰਗਾਨਾ ਦੇ ਵਿੱਚ ਜੋ ਬਰੋਡਬੈਂਡ ਸਰਵਿਸਿਜ਼ ਨੇ, ਜੋ ਆਪਣੀ ਇੰਟਰਨੈਟ ਦੀ ਬਰੋਡਬੈਂਡ ਦੀ ਸਰਵਿਸਿਜ਼ ਹੁੰਦੀ ਹੈ, ਇਹਦੇ ਬੈਟਰਮੈਂਟ ਦੇ ਵਿੱਚ ਕੰਮ ਆਊਗੀ। ਅਤੇ ਤੇਲੰਗਾਨਾ ਵਿੱਚ ਹੀ ਇੱਕ ਰਾਈਤੂ ਵੇਦਿਕਾ ਵੀ ਸ਼ੁਰੂ ਹੋਈ ਹੈ। ਰਾਈਤੂ ਵੇਦਿਕਾ। ਕਿਹੜੀ ਸਟੇਟ ਨੇ 2000 ਮਿਨੀ ਕਲੀਨਿਕਸ ਸ਼ੁਰੂ ਕੀਤੇ ਨੇ ਪੂਰੇ ਸਟੇਟ ਦੇ ਵਿੱਚ, ਜਿਹਦੇ ਰਾਹੀਂ ਉਹ
ਹੈਲਥ ਕੇਅਰ ਸਰਵਿਸਿਜ਼ ਦਿਆ ਕਰਨਗੇ ਗਰੀਬਾਂ ਨੂੰ। ਪੂਅਰਸ ਨੂੰ ਹੈਲਥ ਕੇਅਰ ਸਰਵਿਸਿਜ਼ ਪ੍ਰੋਵਾਈਡ ਕਰਨ ਵਾਸਤੇ 2000 ਮਿਨੀ ਕਲੀਨਿਕਸ ਖੋਲ੍ਹੇ ਨੇ। ਇਹ ਖੋਲ੍ਹੇ ਨੇ ਜੀ ਤਾਮਿਲਨਾਡੂ ਨੇ। ਤਾਮਿਲਨਾਡੂ ਵਿੱਚ ਇਹ 2000 ਕਲੀਨਿਕਸ ਖੁੱਲ੍ਹੇ ਨੇ। ਕਿਹੜੇ ਬੈਂਕ ਨੇ ਮਾਸਟਰ ਕਾਰਡ ਦੇ ਨਾਲ ਪਾਰਟਨਰਸ਼ਿਪ 'ਚ ਆ ਕੇ ਫਸਟ ਮੈਟਲ ਕ੍ਰੈਡਿਟ ਕਾਰਡ ਇਸ਼ੂ ਕੀਤਾ? ਪੋਇਨਰ ਹੈਰੀਟੇਜ। ਇਹ ਸ਼ੁਰੂ ਕੀਤਾ ਜੀ ਇੰਡਸਇੰਡ ਬੈਂਕ ਨੇ। ਆਪਸ਼ਨ ਸੀ ਇੰਡਸਇੰਡ ਬੈਂਕ। ਕਿਹੜੀ ਕੰਟਰੀ ਨੇ ਜੋ ਕਲਾਈਮੇਟ ਗੋਲਸ ਹੁੰਦੇ ਨੇ ਉਹਨਾਂ ਨੂੰ ਆਪਣੇ ਕੰਸਟੀਟਿਊਸ਼ਨ ਦੇ ਵਿੱਚ ਹੀ ਐਡ ਕਰ ਲਿਆ? ਜੋ ਵੀ ਆਪਣੇ ਕਲਾਈਮੇਟ ਗੋਲਸ ਨੇ ਉਹਨਾਂ ਨੂੰ ਆਪਣੇ ਕੰਸਟੀਟਿਊਸ਼ਨ ਦੇ ਵਿੱਚ ਹੀ ਐਡ ਕਰ ਲਿਆ। ਇਹ ਕਿਹੜੀ ਕੰਟਰੀ ਨੇ ਕੀਤਾ? ਇਹ ਕੀਤਾ ਫਰਾਂਸ ਨੇ। ਆਪਸ਼ਨ ਡੀ ਫਰਾਂਸ। ਮੈਰੀਨ ਪ੍ਰੋਡਕਟ ਐਕਸਪੋਰਟ ਡਿਵੈਲਪਮੈਂਟ ਅਥਾਰਟੀ ਨੇ ਇੰਡੀਆ ਦਾ ਪਹਿਲਾ ਐਕਵਾ ਫਾਰਮਰ ਕਾਲ ਸੈਂਟਰ ਸ਼ੁਰੂ ਕੀਤਾ। ਇਹ ਕਿੱਥੇ ਕੀਤਾ? ਇਹ ਸ਼ੁਰੂ ਕੀਤਾ ਵਿਜੇਵਾੜਾ 'ਚ। ਵਿਜੇਵਾੜਾ ਕਿੱਥੇ ਹੈ? ਆਂਧਰਾ ਪ੍ਰਦੇਸ਼ 'ਚ। ਆਂਧਰਾ ਪ੍ਰਦੇਸ਼ ਦੇ ਵਿੱਚ ਹੈ ਵਿਜੇਵਾੜਾ। ਅਤੇ ਐਕਵਾ ਫਾਰਮਰਸ ਕੌਣ ਹੁੰਦੇ ਨੇ? ਐਕਵਾ ਫਾਰਮਰਸ ਹੁੰਦੇ ਆ ਜੋ ਜਿਵੇਂ ਮਛੁਆਰੇ ਹੁੰਦੇ ਆ ਨਾ, ਜੋ ਮਛਲੀ ਵਗੈਰਾ ਪਕੜਦੇ ਆ, ਉਹਨਾਂ ਨੂੰ ਐਕਵਾ ਫਾਰਮਰਸ ਕਿਹਾ ਜਾਂਦਾ ਹੈ। ਇਮਸਾਸ, ਅਸਤਰ MK1 ਅਤੇ ਬੌਸ, ਆਹ ਕਿਹੜੀ ਕੰਟਰੀਜ਼ ਦੇ ਡਿਫੈਂਸ ਸਿਸਟਮ ਹੈ? ਇਮਸਾਸ, ਅਸਤਰ MK1 ਅਤੇ ਬੌਸ ਇਹ ਨੇ ਜੀ ਇੰਡੀਆ ਦੇ ਡਿਫੈਂਸ ਸਿਸਟਮ ਨੇ। ਇਹ ਜੋ ਇਹ ਇਮਸਾਸ ਹੈ ਇਹ ਤਾਂ ਇੱਕ ਮਤਲਬ ਮਿਸਾਈਲ ਹੈ। ਜੋ ਬੌਸ ਹੈ ਇਹ ਬਾਰਡਰ ਸਰਵੇਲੈਂਸ ਸਿਸਟਮ ਹੈ, ਮਤਲਬ ਬਾਰਡਰ 'ਤੇ ਸਾਰੀ ਨਿਗਾਹ ਰੱਖਣ ਵਾਸਤੇ ਉਹ ਸਿਸਟਮ ਹੈ ਸਾਰਾ। ਸੋ ਇਹ ਇੰਡੀਆ ਦੇ ਨੇ। ਇੰਡੀਆ ਦੇ ਏਸ਼ੀਅਨ ਡਿਵੈਲਪਮੈਂਟ ਬੈਂਕ ਨੇ $4.21 ਮਿਲੀਅਨ ਦਾ ਲੋਨ ਦਾ ਅਗਰੀਮੈਂਟ ਸਾਈਨ ਕੀਤਾ ਹੈ, ਜਿਹਦੇ ਵਿੱਚ ਉਹ ਇਨਫਰਾਸਟਰਕਚਰ ਦੀ ਡਿਵੈਲਪਮੈਂਟਸ ਕਰਨਗੇ। ਕਿਹੜੀ ਸਟੇਟ ਦੇ ਵਿੱਚ? ਇਹ ਇਨਫਰਾਸਟਰਕਚਰ ਦੀ ਡਿਵੈਲਪਮੈਂਟਸ ਹੋਣਗੀਆਂ ਜੀ ਤ੍ਰਿਪੁਰਾ ਦੇ ਵਿੱਚ। ਸੋ ਉਹਨਾਂ ਲਈ ਇਹ ਲੋਨ ਲਿਆ ਗਿਆ। ਨੇਮ ਦ ਇੰਡੀਅਨ ਹੂ ਹੈਜ਼ ਵਨ ਯੂਨਾਈਟਿਡ ਨੇਸ਼ਨ ਇਨਵਾਇਰਮੈਂਟ ਪ੍ਰੋਗਰਾਮ 2020 ਯੰਗ ਚੈਂਪੀਅਨਸ਼ਿਪ ਆਫ ਦ ਅਰਥ ਅਵਾਰਡ। ਯੂਨਾਈਟਿਡ ਨੇਸ਼ਨ ਇਨਵਾਇਰਮੈਂਟ ਪ੍ਰੋਗਰਾਮ ਦੇ ਨੇ ਇਹਨਾਂ ਨੂੰ ਯੰਗ ਚੈਂਪੀਅਨਸ਼ਿਪ ਆਫ ਦੀ ਅਰਥ ਅਵਾਰਡ ਦਿੱਤਾ ਹੈ। ਇਹ ਕੌਣ ਨੇ? ਇਹ ਨੇ ਜੀ ਵਿਦਯੁਤ ਮੋਹਨ। ਇਹਨਾਂ ਦੀ ਇੱਕ ਕੰਪਨੀ ਹੈ ਜਿਹਦਾ ਨਾਮ ਹੈ ਟਾਕਾਚਾਰ। ਇਹ ਕੰਪਨੀ ਕੀ ਕਰਦੀ ਹੈ? ਜੋ ਐਗਰੀਕਲਚਰ ਵੇਸਟ ਹੁੰਦੀ ਹੈ, ਜੋ ਵੀ ਐਗਰੀਕਲਚਰ ਵੇਸਟ ਹੁੰਦਾ ਹੈ ਉਹਨੂੰ ਯੂਜ਼ਫੁਲ ਪ੍ਰੋਡਕਟਸ ਬਣਾਉਂਦੀ ਹੈ ਉਹਨਾਂ ਦੇ। ਮਤਲਬ ਉਹਨਾਂ ਨੂੰ ਵੇਸਟ ਨਹੀਂ ਜਾਣ ਦਿੰਦੀ, ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਯੂਜ਼ ਕਰ ਲੈਂਦੀ ਹੈ। ਸੋ ਇਹਨਾਂ ਨੂੰ ਯੂਨਾਈਟਿਡ ਨੇਸ਼ਨ ਇਨਵਾਇਰਮੈਂਟ ਪ੍ਰੋਗਰਾਮ ਵੱਲੋਂ ਯੰਗ ਚੈਂਪੀਅਨ ਆਫ ਦ ਅਰਥ ਅਵਾਰਡ ਮਿਲਿਆ। ਕਿਹੜਾ ਇਹੋ ਜਿਹਾ ਰੇਲਵੇ ਜ਼ੋਨ ਹੈ ਜਿਹਨੇ ਐਂਡ ਆਫ ਟ੍ਰੇਨ ਟੈਲੀਮੈਟਰੀ ਸਿਸਟਮ ਨੂੰ ਅਡੋਪਟ ਕੀਤਾ ਹੈ? ਐਂਡ ਆਫ ਟ੍ਰੇਨ ਟੈਲੀਮੈਟਰੀ ਇਹਦੇ ਵਿੱਚ ਕੀ ਹੁੰਦਾ ਹੈ? ਜੋ ਟ੍ਰੇਨ ਦੇ ਡੱਬੇ ਹੈ ਅਗਰ ਉਹ ਆਪਸ 'ਚ ਅੱਛੀ ਤਰ੍ਹਾਂ ਨਾ ਜੁੜੇ ਰਹਿਣ ਜਾਂ ਫਿਰ ਕੋਈ ਫਾਲਟ ਆ ਜਾਏ ਤਾਂ ਇਹ ਕੀ ਕਰੂਗਾ? ਇਹ ਆਪਣੇ ਆਪ ਡਰਾਈਵਰ ਨੂੰ ਬਤਾ ਦੂਗਾ। ਆਪਣੇ ਆਪ ਡਰਾਈਵਰ ਨੂੰ ਪਤਾ ਲੱਗ ਜੂਗਾ ਵੀ ਹਾਂਜੀ ਜਾਂ ਤਾਂ ਕੋਈ ਟ੍ਰੇਨ ਦੇ ਡੱਬੇ ਅੱਛੀ ਤਰ੍ਹਾਂ ਨਹੀਂ ਜੁੜੇ ਹੋਏ ਜਾਂ ਫਿਰ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਫਾਲਟ ਹੈ। ਸੋ ਜੋ ਸਟੇਸ਼ਨ ਗਾਰਡ ਹੁੰਦਾ ਹੈ ਉਹਦੀ ਜ਼ਰੂਰਤ ਨਹੀਂ ਪਏਗੀ। ਇਹ ਸ਼ੁਰੂ ਕੀਤਾ ਜੀ ਈਸਟ ਕੋਸਟ ਰੇਲਵੇ ਨੇ। ਇੰਟਰਨੈਸ਼ਨਲ ਬਿਜ਼ਨਸ ਮਸ਼ੀਨ ਦੇ ਚੇਅਰਮੈਨ ਕੌਣ ਬਣਨਗੇ 1 ਜਨਵਰੀ ਤੋਂ? 1 ਜਨਵਰੀ ਤੋਂ ਇੰਟਰਨੈਸ਼ਨਲ ਬਿਜ਼ਨਸ ਮਸ਼ੀਨ IBM ਇਹਨਾਂ ਦੇ ਚੇਅਰਮੈਨ ਬਣਨਗੇ ਅਰਵਿੰਦ ਕ੍ਰਿਸ਼ਨਾ। ਇਹ ਇੰਡੀਅਨ ਨੇ ਅਤੇ IIT ਕਾਨਪੁਰ ਤੋਂ ਪੜ੍ਹੇ ਹੋਏ ਹੈ। IIT ਕਾਨਪੁਰ ਤੋਂ। ਹੂ ਹੈਜ਼ ਬੀਨ ਅਪੋਇੰਟਡ ਐਜ਼ ਦ ਚੀਫ ਜਸਟਿਸ ਆਫ ਹਾਈ ਕੋਰਟ ਆਫ ਆਂਧਰਾ ਪ੍ਰਦੇਸ਼? ਆਂਧਰਾ ਪ੍ਰਦੇਸ਼ ਦੇ ਜੋ ਚੀਫ ਜਸਟਿਸ ਨੇ ਉਹ ਕੌਣ ਅਪੋਇੰਟ ਹੋਏ ਨੇ? ਅਰੂਪ ਕੁਮਾਰ ਗੋਸਵਾਮੀ ਆਂਧਰਾ ਪ੍ਰਦੇਸ਼ ਦੇ ਚੀਫ ਜਸਟਿਸ ਅਪੋਇੰਟ ਹੋਏ ਨੇ। ਅਤੇ ਤੇਲੰਗਾਨਾ ਦੇ ਚੀਫ ਜਸਟਿਸ ਨੇ ਹੀਮਾ ਕੋਹਲੀ। ਅਤੇ ਹੀਮਾ ਕੋਹਲੀ ਜੀ ਇਕੱਲੀ ਵੂਮੈਨ ਨੇ ਜੋ ਪੂਰੇ ਇੰਡੀਆ ਵਿੱਚ ਕਿਸੇ ਵੀ ਸਟੇਟ ਦੀ ਜੋ ਵੂਮੈਨ ਚੀਫ ਜਸਟਿਸ ਹੈ। ਬਾਕੀ ਸਾਰੀ ਸਟੇਟਸ ਅਤੇ ਉਹਨਾਂ ਵਿੱਚ ਮੇਲ ਨੇ ਸਾਰੇ ਚੀਫ ਜਸਟਿਸ, ਲੇਕਿਨ ਇਹ ਇਕੱਲੀ ਫੀਮੇਲ ਚੀਫ ਜਸਟਿਸ ਹੈ ਤੇਲੰਗਾਨਾ ਦੀ। ਇੰਡੀਆ ਨੇ $1 ਬਿਲੀਅਨ ਦਾ
ਲੋਨ ਅਗਰੀਮੈਂਟ ਕਿਹੜੇ ਬੈਂਕ ਨਾਲ ਸਾਈਨ ਕੀਤਾ ਹੈ? ਆਤਮ ਨਿਰਭਰ ਭਾਰਤ ਅਭਿਆਨ ਲਈ ਇਹ ਕੀਤਾ ਜੀ ਨਿਊ ਡਿਵੈਲਪਮੈਂਟ ਬੈਂਕ। ਨਿਊ ਡਿਵੈਲਪਮੈਂਟ ਬੈਂਕ ਦੇ ਨਾਲ $1 ਬਿਲੀਅਨ ਦਾ ਲੋਨ ਅਗਰੀਮੈਂਟ ਸਾਈਨ ਹੋਇਆ। ਯੂਨੀਅਨ ਕੈਬਨਿਟ ਨੇ ਇੱਕ ਪੈਕਟ ਬਣਾਇਆ ਇੰਡੀਆ ਅਤੇ ਕਿਹੜੀ ਕੰਟਰੀ ਦੇ ਵਿੱਚ ਫॉर ਐਕਸਚੇਂਜ ਆਫ ਇਨਫੋਰਮੇਸ਼ਨ ਇਨ ਇਲੈਕਟ੍ਰੀਸਿਟੀ ਸੈਕਟਰ। ਮਤਲਬ ਇਲੈਕਟ੍ਰੀਸਿਟੀ ਸੈਕਟਰ ਦੇ ਵਿੱਚ ਜੋ ਇਨਫੋਰਮੇਸ਼ਨ ਚੇਂਜ ਲਈ ਹੈ ਉਹ ਯੂਨੀਅਨ ਕੈਬਨਿਟ ਨੇ ਪੈਕਟ ਕਿਹਦੇ ਨਾਲ ਬਣਾਇਆ ਹੈ? US ਨਾਲ, USA ਨਾਲ, ਯੂਨਾਈਟਿਡ ਸਟੇਟਸ ਨਾਲ। ਅਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਹੁਣ ਜੋ ਬਾਈਡਨ 20 ਜਨਵਰੀ ਤੋਂ ਬਾਅਦ ਇਹ ਪ੍ਰੈਜ਼ੀਡੈਂਟ ਦੀ ਪਦਵੀ ਸਾਂਭਣਗੇ। ਅਤੇ ਆਪਾਂ USA ਨਾਲ ਹੋਰ ਕਿਹੜੇ ਉਹ ਕੀ ਕਰਦੇ ਹਾਂ ਮਿਲਟਰੀ ਐਕਸਰਸਾਈਜ਼ ਕਿਹੜੀ ਕਰਦੇ ਹਾਂ? ਇੱਕ ਤਾਂ ਕਰਦੇ ਹਾਂ ਆਪਾਂ ਕੋਪ ਇੰਡੀਆ, ਫਿਰ ਆਪਾਂ ਕਰਦੇ ਹਾਂ ਵਜਰ ਪ੍ਰਹਾਰ, ਯੁੱਧ ਅਭਿਆਸ, ਟਾਈਗਰ ਟ੍ਰਾਇੰਫ। ਇਹ ਸਾਰੀਆਂ ਆਪਾਂ ਮਿਲਟਰੀ ਐਕਸਰਸਾਈਜ਼ ਕਰਦੇ ਹਾਂ USA ਨਾਲ। ਹਿਊਮਨ ਫਰੀडम ਇੰਡੈਕਸ 2020 ਦਾ ਹਿਊਮਨ ਫਰੀडम ਇੰਡੈਕਸ ਦੇ ਵਿੱਚ ਇੰਡੀਆ ਦਾ ਕੀ ਰੈਂਕ ਹੈ? ਇੰਡੀਆ ਦਾ ਰੈਂਕ ਹੈ 111 ਰੈਂਕ ਹੈ ਇੰਡੀਆ ਦਾ। ਅਤੇ ਫਸਟ ਕੌਣ ਹੈ? ਇਹ ਵੀ ਬਹੁਤ ਇੰਪੋਰਟੈਂਟ ਹੁੰਦਾ ਵੀ ਫਸਟ 'ਤੇ ਕੌਣ ਹੈ? ਫਸਟ 'ਤੇ ਹੈ ਨਿਊਜ਼ੀਲੈਂਡ। ਹੈ। ਬੈਸਟ ਫੀਫਾ ਮੈਨਸ ਪਲੇਅਰ 2020 ਦਾ ਬੈਸਟ ਫੀਫਾ ਮੈਨ ਪਲੇਅਰ ਕੌਣ ਚੁਣਿਆ ਗਿਆ? ਸੋ ਇਹ ਸਭ ਦਾ ਫੇਵਰੇਟ ਮੈਸੀ ਨਹੀਂ ਹੈ, ਸਭ ਦਾ ਮਤਲਬ ਕਾਫੀ ਜਣੇ ਦਾ ਫੇਵਰੇਟ ਹੈ ਮੈਸੀ ਅਤੇ ਰੋਨਾਲਡੋ, ਦੋਨੋਂ ਹੀ ਨਹੀਂ ਹੈ। ਇਹ ਹੈ ਜੀ ਰੋਬਰਟ ਲਿਵਨਡੋਵਸਕੀ ਆਪਸ਼ਨ C। ਅਤੇ ਇਹ ਪੋਲੈਂਡ ਤੋਂ ਨੇ। ਸਪੋਰਟਸ ਮਿਨਿਸਟਰੀ ਨੇ ਕਿਹੜੀ ਸਪੋਰਟ ਨੂੰ ਇੱਕ ਕੰਪੀਟੀਟਿਵ ਸਪੋਰਟ ਦੇ ਵਿੱਚ ਰਿਕੋਗਨਾਈਜ਼ ਕਰ ਲਿਆ ਵੀ ਹਾਂ ਇਹ ਵੀ ਇੱਕ ਕੰਪੀਟੀਟਿਵ ਸਪੋਰਟ ਹੈ? ਸੋ ਇਹ ਹੈ ਜੀ ਯੋਗਾਸਨਾ ਵੀ ਹੁਣ ਇੱਕ ਕੰਪੀਟੀਟਿਵ ਸਪੋਰਟ ਹੈ। ਅਤੇ ਯੋਗਾਸਨਾ ਨੂੰ ਮਤਲਬ ਇੱਕ ਕੰਪੀਟੀਟਿਵ ਸਪੋਰਟ ਦਾ ਦਰਜਾ ਦਿਵਾਉਣ ਲਈ ਆਯੂਸ਼ ਮੰਤਰਾਲੇ ਦਾ ਬਹੁਤ ਵੱਡਾ ਹੱਥ ਹੈ। ਕਿਉਂਕਿ ਇਹਦੇ ਵਿੱਚ ਜੋ ਇਹ ਵਾਈ ਹੈ ਨਾ ਇਹ ਯੋਗਾਸਨਾ ਹੀ ਹੈ। ਅਤੇ ਇੰਡੀਆ ਵਿੱਚ ਆਪਣੇ ਸਪੋਰਟਸ ਮਿਨਿਸਟਰ ਕੌਣ ਨੇ? ਕਿਰਨ ਰਿਜੀਜੂ। ਵਰਲਡ ਦਾ ਟੋਲੈਸਟ ਰੇਲ ਬ੍ਰਿਜ, ਟੋਲੈਸਟ ਮਤਲਬ ਇਸ 'ਚ ਹਾਈਟ ਵੀ ਸਭ ਤੋਂ ਜ਼ਿਆਦਾ ਹੈ ਜੋ ਜੰਮੂ ਕਸ਼ਮੀਰ ਦੇ ਵਿੱਚ ਬਣ ਰਿਹਾ ਅਤੇ 2021 ਦੇ ਵਿੱਚ ਕੰਪਲੀਟ ਹੋ ਜਾਊਗਾ। ਇਹ ਕਿਹੜੀ ਰਿਵਰ ਦੇ ਉੱਪਰ ਬਣ ਰਿਹਾ? ਇਹ ਬਣ ਰਿਹਾ ਜੀ ਚਨਾਬ ਰਿਵਰ ਦੇ ਉੱਪਰ, ਜੋ ਕਿ ਇੰਡਸ ਦੀ ਇੱਕ ਟ੍ਰਿਬਿਊਟਰੀ ਹੈ। ਅਤੇ ਜੋ ਇਹ ਬ੍ਰਿਜ ਹੈ ਇਹ 359 ਮੀਟਰਸ ਦੀ ਹਾਈਟ 'ਤੇ ਹੋਊਗਾ ਅਤੇ 1315 ਮੀਟਰ ਲੰਬਾ ਹੋਊਗਾ। ਏਸ਼ੀਅਨ ਗੇਮਸ 2030 ਇਹ ਕਿੱਥੇ ਹੋਣਗੀਆਂ? ਪਹਿਲਾਂ 2030 ਤੋਂ ਪਹਿਲਾਂ ਆਪਾਂ ਗੱਲ ਕਰੀਏ ਵੀ 2022 'ਚ ਇਹ ਕਿੱਥੇ ਹੋਣਗੀਆਂ? 2022 'ਚ ਹੋਣਗੀਆਂ ਚਾਈਨਾ 'ਚ। 2026 4 ਸਾਲ ਬਾਅਦ ਹੋ ਰਹੀਆਂ। 2022 'ਚ ਚਾਈਨਾ 'ਚ ਹੈ, 2026 'ਚ ਹੋਣਗੀਆਂ ਇਹ ਜਾਪਾਨ 'ਚ। 2030 ਦੇ ਵਿੱਚ ਇਹ ਹੋਣਗੀਆਂ ਦੋਹਾ ਦੇ ਵਿੱਚ ਅਤੇ 2034 ਦੇ ਵਿੱਚ ਇਹ ਹੋਣਗੀਆਂ ਸਾਊਦੀ ਅਰੇਬੀਆ 'ਚ। ਸੋ ਕੁਐਸਚਨ ਤੁਹਾਨੂੰ ਕਿਸੇ 'ਚੋਂ ਵੀ ਆ ਸਕਦਾ ਹੈ ਵੀ 2022, 26, 30, 34 ਕਿੱਥੇ ਹੋ ਰਹੀਆਂ। 2021 ਦੀ G7 ਮੀਟਿੰਗ ਇਹ ਕਿੱਥੇ ਹੋ ਰਹੀ ਹੈ? ਇਹ ਹੋ ਰਹੀ ਹੈ ਯੂਨਾਈਟਿਡ ਕਿੰਗਡਮ ਦੇ ਵਿੱਚ UK। ਅਤੇ ਜੋ ਉੱਥੋਂ ਦੇ ਪ੍ਰੈਜ਼ੀਡੈਂਟ ਨੇ ਬੋਰਿਸ ਜੌਨਸਨ, ਉਹਨਾਂ ਨੇ ਆਪਣੇ ਮੋਦੀ ਜੀ ਨੂੰ ਵੀ ਇਨਵੀਟੇਸ਼ਨ ਭੇਜਿਆ ਅਤੇ ਉਹ ਇਨਵੀਟੇਸ਼ਨ ਐਕਸੈਪਟ ਵੀ ਹੋ ਗਿਆ। ਅਤੇ ਬਦਲੇ 'ਚ ਮੋਦੀ ਜੀ ਨੇ ਵੀ ਆਪਣੇ 26 ਜਨਵਰੀ ਦੀ ਪਰੇਡ 'ਚ ਹੁਣ ਜਿਹੜੀ 2021 ਦੀ 26 ਜਨਵਰੀ ਦੀ ਪਰੇਡ ਹੋਊਗੀ ਉਹਦੇ ਵਿੱਚ ਬੋਰਿਸ ਜੌਨਸਨ ਨੂੰ ਐਜ਼ ਅ ਚੀਫ ਗੈਸਟ ਬੁਲਾਇਆ। ਕਿਹੜੀ ਸਟੇਟ ਨੇ ਕਿਸਾਨ ਕਲਿਆਣ ਮਿਸ਼ਨ ਨੂੰ ਲਾਂਚ ਕੀਤਾ ਹੈ? ਕਿਸਾਨ ਕਲਿਆਣ ਮਿਸ਼ਨ ਇਹ ਕਿਉਂ ਲਾਂਚ ਹੋਇਆ ਹੈ? ਜੋ ਆਪਣੇ ਫਾਰਮਰਸ ਨੇ ਉਹਨਾਂ ਦੀ ਆਮਦਨ ਨੂੰ ਡਬਲ ਕਰਨ ਲਈ ਇਹ ਸ਼ੁਰੂ ਕੀਤਾ ਹੈ ਉੱਤਰ ਪ੍ਰਦੇਸ਼ ਦੀ ਸਰਕਾਰ ਨੇ, UP ਦੀ ਸਰਕਾਰ ਨੇ ਇਹ ਸ਼ੁਰੂ ਕੀਤਾ ਹੈ। ਫਸਟ
ਗਲਾਸ ਬ੍ਰਿਜ ਆਫ ਬਿਹਾਰ, ਬਿਹਾਰ ਦਾ ਪਹਿਲਾ ਗਲਾਸ ਬ੍ਰਿਜ ਇਹ ਕਿੱਥੇ ਬਣ ਰਿਹਾ? ਇਹ ਬਣ ਰਿਹਾ ਰਾਜਗੀਰ ਦੇ ਵਿੱਚ। ਬਿਹਾਰ ਦਾ ਪਹਿਲਾ ਹੈ ਲੇਕਿਨ ਇੰਡੀਆ ਦਾ ਸੈਕਿੰਡ ਹੈ। ਸੋ ਇੰਡੀਆ ਦਾ ਫਸਟ ਕਿੱਥੇ ਹੈ? ਇੰਡੀਆ ਦਾ ਫਸਟ ਹੈ ਰਿਸ਼ੀਕੇਸ਼ ਦੇ ਵਿੱਚ, ਉੱਤਰਾਖੰਡ ਦੇ ਵਿੱਚ ਹੈ, ਰਿਸ਼ੀਕੇਸ਼ ਦੇ ਵਿੱਚ, ਅਤੇ ਉਹ ਹੈ ਲਕਸ਼ਮਣ ਝੂਲਾ। ਤੁਸੀਂ ਸਾਰਿਆਂ ਨੇ ਕਾਫੀ ਨਾਮ ਸੁਣਿਆ ਹੋਊਗਾ ਲਕਸ਼ਮਣ ਝੂਲਾ। ਇਹ ਰਿਸ਼ੀਕੇਸ਼ ਦੇ ਵਿੱਚ ਹੈ ਅਤੇ ਇੰਡੀਆ ਦਾ ਫਸਟ ਹੈ। ਲੇਕਿਨ ਜੋ ਇਹ ਗਲਾਸ ਬ੍ਰਿਜ ਹੈ ਜੋ ਬਿਹਾਰ ਦੇ ਵਿੱਚ ਬਣਿਆ ਰਾਜਗੀਰ ਦੇ ਵਿੱਚ, ਇਹ ਬਿਹਾਰ ਦਾ ਫਸਟ ਹੈ ਪਰ ਇੰਡੀਆ ਦਾ ਸੈਕਿੰਡ ਹੈ। ਸੋ ਆਪਾਂ ਇਸ 'ਚ ਕਨਫਿਊਜ਼ ਨਹੀਂ ਹੋਣਾ ਵੀ ਇੰਡੀਆ ਦਾ ਫਸਟ ਕਿਹੜਾ ਅਤੇ ਬਿਹਾਰ ਦਾ ਫਸਟ ਕਿਹੜਾ ਹੈ। ਸਵੀਡਨ ਦੀ ਇੱਕ ਕੰਪਨੀ ਹੈ ਆਈਕੀਆ, ਜਿਨ੍ਹਾਂ ਨੇ ਆਪਣਾ ਸੈਕਿੰਡ ਸਟੋਰ ਖੋਲ੍ਹਿਆ ਇੰਡੀਆ ਦੇ ਵਿੱਚ। ਉਹ ਕਿੱਥੇ ਖੋਲ੍ਹਿਆ? ਇਹ ਫਰਨੀਚਰ ਬੇਸਡ ਕੰਪਨੀ ਹੈ, ਮਤਲਬ ਫਰਨੀਚਰ ਦਾ ਸਾਰਾ ਸਮਾਨ ਇਹਨਾਂ ਕੋਲ ਹੁੰਦਾ ਹੈ, ਆਈਕੀਆ ਕੰਪਨੀ। ਸੋ ਇਹਨਾਂ ਨੇ ਆਪਣਾ ਸੈਕਿੰਡ ਸਟੋਰ ਖੋਲ੍ਹਿਆ ਨਵੀਂ ਮੁੰਬਈ। ਆਪਸ਼ਨ ਡੀ ਨਵੀਂ ਮੁੰਬਈ। ਅਗਰ ਇਹਨਾਂ ਨੇ ਹੁਣ ਸੈਕਿੰਡ ਸਟੋਰ ਖੋਲ੍ਹਿਆ ਤਾਂ ਫਸਟ ਕਿੱਥੇ ਹੈ? ਫਸਟ ਹੈ ਹੈਦਰਾਬਾਦ। ਹੈਦਰਾਬਾਦ ਦੇ ਵਿੱਚ ਫਸਟ ਸਟੋਰ ਹੈ। ਵਿਚ ਹੈਜ਼ ਬਿਕਮ ਦਾ ਫਸਟ ਜ਼ੂਲੋਜੀਕਲ ਪਾਰਕ ਇਨ ਇੰਡੀਆ, ਜਿਹਨੂੰ ISO ਸਰਟੀਫਿਕੇਸ਼ਨ ਮਿਲ ਗਈ। ISO ਸਰਟੀਫਿਕੇਸ਼ਨ ਮਿਲੀ ਹੈ ਨਹਿਰੂ ਜ਼ੂਲੋਜੀਕਲ ਪਾਰਕ ਨੂੰ। ਨਹਿਰੂ ਜ਼ੂਲੋਜੀਕਲ ਪਾਰਕ ਜੋ ਹੈਦਰਾਬਾਦ ਦੇ ਵਿੱਚ ਹੈ। ਹੈਦਰਾਬਾਦ ਦੇ ਵਿੱਚ ਹੈ ਨਹਿਰੂ ਜ਼ੂਲੋਜੀਕਲ ਪਾਰਕ। ਫੋਰਬਸ ਦੀ ਲਿਸਟ ਦੇ ਵਿੱਚ ਹਾਈਐਸਟ ਪੇਡ ਸੈਲੀਬ੍ਰਿਟੀ 2020 ਦੀ ਕੌਣ ਹੈ? 2020 ਦੀ ਹਾਈਐਸਟ ਪੇਡ ਸੈਲੀਬ੍ਰਿਟੀ ਇਹ ਹੈ ਕਾਇਲੀ ਜੈਨਰ। ਕਾਇਲੀ ਜੈਨਰ ਇਹ US ਦੀ ਇੱਕ TV ਐਕਟਰੈਸ ਹੈ, ਕਾਫੀ ਮਸ਼ਹੂਰ ਉੱਥੇ ਇੱਕ TV ਐਕਟਰੈਸ ਹੈ ਕਾਇਲੀ ਜੈਨਰ। ਅਤੇ ਅਗਰ ਪੁੱਛਣ ਸੈਕਿੰਡ 'ਤੇ ਕੌਣ ਹੈ, ਇਹ ਹੈ ਕੇਨ ਵੈਸਟ। ਕੇਨ ਵੈਸਟ ਇੱਕ ਸਿੰਗਰ ਹੈ। ਇੱਕ ਬੁੱਕ ਹੈ ਦ ਲਾਈਟ ਆਫ ਏਸ਼ੀਆ, ਦ ਪੋਇਮ ਦੈਟ ਡਿਫਾਈਨਡ ਦ ਬੁੱਧਾ। ਇਹਦੇ ਆਥਰ ਕੌਣ ਹੈ? ਇਹ ਨੇ ਕਾਫੀ ਮਸ਼ਹੂਰ ਪੋਲੀਟੀਸ਼ੀਅਨ ਜੈਰਾਮ ਰਮੇਸ਼, ਜੋ ਕਾਂਗਰਸ ਦੇ ਲੀਡਰ ਨੇ। ਕਾਂਗਰਸ ਲੀਡਰ ਜੈਰਾਮ ਰਮੇਸ਼। ਕਿਹੜੀ ਸਟੇਟ ਨੇ ਇੱਕ ਪੋਰਟਲ ਲਾਂਚ ਕੀਤਾ ਹੈ ਜਿਹਦਾ ਨਾਮ ਹੈ ਫਾਇਰ ਸੇਫਟੀ ਕੰਪਲਾਇੰਸ ਪੋਰਟਲ? ਫਾਇਰ ਸੇਫਟੀ ਕੰਪਲਾਇੰਸ ਪੋਰਟਲ ਸ਼ੁਰੂ ਕੀਤਾ ਹੈ ਗੁਜਰਾਤ ਸਰਕਾਰ ਨੇ। ਗੁਜਰਾਤ ਦੀ ਸਰਕਾਰ ਨੇ ਫਾਇਰ ਸੇਫਟੀ ਕੰਪਲਾਇੰਸ ਪੋਰਟਲ ਸ਼ੁਰੂ ਕੀਤਾ ਹੈ। ਅਤੇ ਇਹਦੇ ਵਰਗਾ ਹੀ ਇੱਕ ਅਗਨੀ ਸ਼ਾਮਾ ਸੇਵਾ ਸ਼ੁਰੂ ਕੀਤੀ ਹੈ ਓਡੀਸ਼ਾ ਨੇ। ਅਗਨੀ ਸ਼ਾਮਾ ਸੇਵਾ ਸ਼ੁਰੂ ਕੀਤੀ ਹੈ ਓਡੀਸ਼ਾ ਨੇ। ਕਿਹੜੀ ਕੰਪਨੀ ਨੂੰ ਇੱਕ ਗੋਲਡਨ ਪੀਕੌਕ ਇਨਵਾਇਰਮੈਂਟ ਮੈਨੇਜਮੈਂਟ ਅਵਾਰਡ ਮਿਲਿਆ? ਗੋਲਡਨ ਪੀਕੌਕ ਇਨਵਾਇਰਮੈਂਟ ਮੈਨੇਜਮੈਂਟ ਅਵਾਰਡ ਮਿਲਿਆ ਸੇਲ ਨੂੰ। ਸਟੀਲ ਅਥਾਰਟੀ ਇੰਡੀਆ ਲਿਮਟਿਡ। ਸਟੀਲ ਅਥਾਰਟੀ ਇੰਡੀਆ ਲਿਮਟਿਡ ਇੱਕ ਮਹਾਰਤਨ ਕੰਪਨੀ ਹੈ ਅਤੇ ਇਹਨੂੰ ਇਹ ਅਵਾਰਡ ਮਿਲਿਆ। ਇਹਦੇ ਚੇਅਰਮੈਨ ਹੈ ਸੋਮਾ ਮੰਡਲ। ਸੋਮਾ ਮੰਡਲ ਇਹਦੇ ਚੇਅਰਮੈਨ ਹੈ ਸੇਲ ਦੇ। ਇਹ ਇੱਕ ਮਹਾਰਤਨ ਕੰਪਨੀ ਹੈ ਅਤੇ ਇੱਕ ਮਿਸ਼ਨ ਪੂਰਵੋਦੈ ਚਲਾਇਆ ਗਿਆ। ਮਿਸ਼ਨ ਪੂਰਵੋਦੈ ਇਹ ਕਿਸ ਲਈ ਹੈ? ਜੋ ਈਸਟਰਨ ਇੰਡੀਆ ਹੈ ਇਹਨੂੰ ਸਟੀਲ ਹੱਬ ਬਣਾਉਣ ਲਈ। ਈਸਟਰਨ ਇੰਡੀਆ ਨੂੰ ਸਟੀਲ ਹੱਬ ਬਣਾਉਣ ਲਈ ਇਹ ਮਿਸ਼ਨ ਚਲਾਇਆ ਗਿਆ, ਮਿਸ਼ਨ ਪੂਰਵੋਦੈ। ਆਪਣੇ ਇੰਡੀਆ ਵਿੱਚ ਸਟੀਲ ਦੇ ਮਿਨਿਸਟਰ ਕੌਣ ਨੇ? ਧਰਮੇਂਦਰ ਪ੍ਰਧਾਨ। ਧਰਮੇਂਦਰ ਪ੍ਰਧਾਨ ਆਪਣੇ ਇੰਡੀਆ ਵਿੱਚ ਸਟੀਲ ਦੇ ਮਿਨਿਸਟਰ ਨੇ। ਵਰਲਡ ਦਾ ਸਭ ਤੋਂ ਵੱਡਾ ਹਾਈਬ੍ਰਿਡ ਰੀਨਿਊਏਬਲ ਐਨਰਜੀ ਪਾਰਕ ਜੋ 30,000 ਮੈਗਾਵਾਟ ਕਪੈਸਿਟੀ ਦਾ ਹੋਊਗਾ, ਉਹਦਾ ਫਾਊਂਡੇਸ਼ਨ ਸਟੋਨ ਗੁਜਰਾਤ ਦੇ ਕਿਹੜੇ ਡਿਸਟ੍ਰਿਕਟ ਦੇ ਵਿੱਚ ਰੱਖਿਆ ਜਾਊਗਾ? ਇਹ ਰੱਖਿਆ ਜਾਊਗਾ ਜੀ ਕੱਛ ਦੇ ਵਿੱਚ। ਕੱਛ ਡਿਸਟ੍ਰਿਕਟ ਦੇ ਵਿੱਚ ਰੱਖਿਆ ਜਾਊਗਾ। ਅਤੇ 2022 ਤੱਕ ਇੰਡੀਆ ਦਾ ਰੀਨਿਊਏਬਲ ਐਨਰਜੀ ਦਾ ਟਾਰਗੇਟ ਕੀ ਹੈ? ਇਹ ਹੈ 175 ਗੀਗਾਵਾਟ। 175 ਗੀਗਾਵਾਟ ਅਤੇ 2030 ਤੱਕ ਹੈ 450 ਗੀਗਾਵਾਟ। ਇਹ ਦੋਨੇ ਮਿਸ਼ਨ ਤੁਸੀਂ ਯਾਦ ਰੱਖਣੇ ਆ ਵੀ ਜੋ ਇੰਡੀਆ ਦਾ ਇੱਕ ਟਾਰਗੇਟ ਹੈ ਵੀ 2022 ਤੱਕ
175 ਗੀਗਾਵਾਟ ਇਹ ਰੀਨਿਊਏਬਲ એનર્ਜੀ ਤੋਂ ਬਣਾਇਆ ਕਰਾਂਗੇ ਤੇ 30 ਤੱਕ 450 ਗੀਗਾਵਾਟ। ਇੰਡੀਆ ਨੇ ਵਰਲਡ ਬੈਂਕ ਦੇ ਨਾਲ ਇੱਕ ਲੋਨ ਅਗਰੀਮੈਂਟ ਸਾਈਨ ਕੀਤਾ ਹੈ। ਕਿਸ ਚੀਜ਼ ਲਈ? ਜੋ ਪੂਅਰਸ ਨੇ ਉਹਨਾਂ ਨੂੰ ਬਚਾਉਣ ਲਈ ਕੋਵਿਡ ਤੋਂ, ਜੋ ਕੋਵਿਡ-19 ਆਇਆ ਹੈ ਇਸ ਤੋਂ ਬਚਾਉਣ ਲਈ ਵਰਲਡ ਬੈਂਕ ਨਾਲ ਕਿੰਨੇ ਡਾਲਰਸ ਦਾ ਲੋਨ ਅਗਰੀਮੈਂਟ ਸਾਈਨ ਹੋਇਆ? ਇਹ ਹੋਇਆ $400 ਮਿਲੀਅਨ ਦਾ, $400 ਮਿਲੀਅਨ ਦਾ। ਅਤੇ 2020 ਦੇ ਮਈ ਦੇ ਮਹੀਨੇ ਵਿੱਚ 750 ਮਿਲੀਅਨ ਡਾਲਰਸ ਦਾ ਲੋਨ ਵੀ ਲਿੱਤਾ ਗਿਆ ਸੀਗਾ ਵਰਲਡ ਬੈਂਕ ਤੋਂ ਹੀ। 750 ਮਿਲੀਅਨ ਡਾਲਰਸ ਦਾ ਲੋਨ ਮਈ ਵਿੱਚ ਵੀ ਲਿੱਤਾ ਗਿਆ ਸੀ। ਚਿਲਾਹਾਟੀ ਤੋਂ ਹਲਦੀਬਾਰੀ ਇੱਕ ਰੇਲ ਲਿੰਕ ਬਣਾਇਆ ਜਾ ਰਿਹਾ ਹੈ ਜੋ ਅਸਾਮ ਅਤੇ ਕਿਹੜੇ ਹੋਰ ਇੱਕ ਸਟੇਟ ਨੂੰ ਕਨੈਕਟ ਕਰੂਗਾ? ਬੰਗਲਾਦੇਸ਼ ਦੇ ਨਾਲ। ਜੋ ਚਾਲੀਹਾਟੀ ਹੈ ਇਹ ਕਿੱਥੇ ਹੈ? ਇਹ ਬੰਗਲਾਦੇਸ਼ ਦੇ ਵਿੱਚ ਹੈ। ਅਤੇ ਇਹ ਹਲਦੀਬਾਰੀ ਕਿੱਥੇ ਹੈ? ਇਹ ਹੈ ਜੀ ਵੈਸਟ ਬੰਗਾਲ ਦੇ ਵਿੱਚ। ਸੋ ਇਸ ਕੁਐਸਚਨ ਦਾ ਆਨਸਰ ਆ ਜਾਊਗਾ ਵੈਸਟ ਬੰਗਾਲ। ਇਹਦੇ ਵਿੱਚ ਅਸਾਮ ਅਤੇ ਵੈਸਟ ਬੰਗਾਲ ਨੂੰ ਬੰਗਲਾਦੇਸ਼ ਦੇ ਨਾਲ ਲਿੰਕ ਕੀਤਾ ਜਾ ਰਿਹਾ ਹੈ। ਇਹ ਸੀ ਦਸੰਬਰ ਮੰਥ ਦਾ ਪਾਰਟ 3। ਬਹੁਤ ਹੀ ਜਲਦ ਆਪਾਂ ਮਿਲਾਂਗੇ ਦਸੰਬਰ ਮੰਥ ਦੇ ਪਾਰਟ 4 ਵਿੱਚ। ਥੈਂਕਸ ਫॉर ਵਾਚਿੰਗ ਦੀ ਪ੍ਰੌਡ।